ਸੋਧਾ ਲਾ ਕੇ ਭਾਈ ਮੇਰੇ ਕੋਲ ਆ ਜਾਓ, ਜ਼ਿੰਮੇਵਾਰੀ ਮੈਂ ਚੱਕ ਬਣਦਾ ਨਾਮ मैं दूँ। हालांकि ये गल हुण तक किसी वड्डे सियासी पार्टी ने, किसी वड्डी श्रोमणी कमेटी ने, किसी वड्डी संस्था ने, इत्थों तक कि जिहड़े कहंदे ने श्री गुरु ग्रंथ साहिब की रखिया ही असीं करदे हां, असीं रखवाले हां, असीं मर मिटांगे, वो बंदियां ने भी नहीं गल कीती। तुहानूं क्यों गल करनी भी 2015 तो असीं 9 ਦੇ ਹੀ सिख रह गए हैं, 9 ਦੇ ਹੀ ਅਸੀਂ सरदार रह गए हैं। ठीक है, साडियां जमीरां ਤੇ ਸਾਡੀਆਂ ਅਣਖਾਂ ਉਸੇ ਦਿਨ ਹੀ ਖਤਮ ਹੋ ਗਈਆਂ ਸੀ। ਆਪਦੇ ਸਰਦਾਰ ਦੇ ਕੋਈ ਪਿਓ ਨੂੰ, ਉਹਦੀ ਪੱਗ ਨੂੰ ਜਾਂ ਉਹਦੇ ਦਾੜੇ ਨੂੰ ਫੜ ਕੇ ਖਿੱਚਣ ਦਾ ਯਤਨ ਕਰੇ, ਕੋਈ ਕਿਸੇ ਦੇ ਪਿਓ ਨੂੰ ਦਾੜੇ ਤੋਂ ਫੜ ਕੇ ਗਲੀ 'ਚ ਘੜੀਸ ਕੇ ਲੈ ਜਾਏ, ਬੰਦਾ ਉੱਥੇ ਕਹਿੰਦਾ ਜਾਂ ਮਰ ਦੂੰ ਜਾਂ ਮਾਰ ਦੂੰ। ਹੁਣ ਗੁਰੂ ਗ੍ਰੰਥ ਸਾਹਿਬ ਨੂੰ ਜਿਨ੍ਹਾਂ ਨੇ ਪਿਓ ਮੰਨਿਆ, ਅਸਲ ਵਿੱਚ ਉਹਨਾਂ ਦਾ ਤਾਂ ਅੰਦਰ ਤੜਫਦਾ ਹੈ, ਉਹਨਾਂ ਦਾ ਅੰਦਰ ਦੁਖੀ ਹੈ, ਕਰਲਾਉਂਦਾ। ਪਰ ਹੁਣ ਜਦੋਂ ਦੇਖਿਆ ਵੀ ਕੋਈ ਕਾਨੂੰਨ ਕੁਝ ਨਹੀਂ ਕਰ ਪਾ ਰਿਹਾ, ਸਾਡੀਆਂ ਸਰਕਾਰਾਂ ਕੁਝ ਨਹੀਂ ਕਰ ਪਾ ਰਹੀਆਂ, ਸ਼੍ਰੋਮਣੀ ਕਮੇਟੀ ਕੁਝ ਨਹੀਂ ਕਰ ਪਾ ਰਹੀ, ਫਿਰ ਕਿਸੇ ਨੂੰ ਤਾਂ ਮੂਹਰੇ ਆਉਣਾ ਹੀ ਸੀ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਹਿਲੀ ਬੇਦਬੀ ਹੋਈ ਨਾ, बस जिद्दे पहली बारी गुरु साहब के अंग खिलारे गए, बस समझ लो उस दिन तो दुनिया खिलरनी शुरू हो गई। अगला मुंह बन के कालियां ऐनकां ला के आ जाऊगा, कैमरे तो की फड़ लोगे तुसी किसे नूं। ठीक है, ये बेअदबियां होण दा वड्डा कारण है। इस गल ते तां मैं भी हक च भी गुरुद्वारा तां गुरु पिंड दे विच इक्को ही होना चाहिए। जे पिंड दा नां एक है ते गुरुद्वारा भी एक। करन वाला करे आऊगा, कोई गरीब परिवार चों उठूगा मुंडा, पता लग जूगा कि फलाना मार दूगा मुका दूगा सुत्ते पे नूं, पिछों उहदे परिवार का की बनूगा, उहदा जिम्मेवार कौन है? तुसीं कहा मूँहों मंगिया नाम दे दूंगे, की दे दोगे? आखिर सज़ा तो उस व्यक्ति नूं भुगतनी पैनी है ना, तुहानूं सज़ा तो कोई नहीं ना होनी, तुसीं तां फिर इत्थे ही बैठे रहना। मैं अपने वल्लों 5 ਲੱਖ रुपया उन्होंने नगद इनाम देऊँगा, और कोई देवे ना देवे, कोई संग तुरे ना तुरे। दूजी गल, ਜਿਹੜਾ ਬੰਦਾ ਬੇਅਦਬੀ ਕਰਨ ਵਾਲੇ ਨੂੰ ਸਜ਼ਾ ਦੇਊਗਾ, ਠੀਕ ਹੈ, ਉਹਦੇ ਪਰਿਵਾਰ ਦੀ ਪਰਵਰਿਸ਼, ਬੱਚਿਆਂ ਦੀ ਪੜ੍ਹਾਈ, ਜਿਹੋ ਜੀ ਉਹ ਪੜ੍ਹਾਈ ਚਾਹੁੰਣਗੇ, ਜਿਹੋ ਜਿਹਾ ਘਰ-ਬਾਰ ਜਾਂ ਜੋ ਉਹਨਾਂ ਦੀਆਂ ਸੁੱਖ ਸੁਵਿਧਾ ਬਈ ਹੈਗੀਆਂ ਕਿ ਬੱਚੋ ਪਿੱਛੋਂ ਪਰਿਵਾਰ ਨਾ ਰੋਲੇ, ਉਹ ਜ਼ਿੰਮੇਵਾਰੀ ਅਸੀਂ ਸਾਰੀ ਚੁੱਕਾਂਗੇ। ਦੂਜਾ ਪੱਖ ਇਹ ਲੋਕਾਂ ਨੇ ਦੱਸਿਆ ਕਿ ਬਾਬਾ ਜੀ ਖੁਦ ਬਿਆਨ ਦੇ ਦਿੰਦੇ ਆ, ਕਹਿੰਦੇ ਜਿੱਥੇ ਬੇਅਦਬੀ ਹੁੰਦੀ ਆ ਉੱਥੇ ਖੁਦ ਦਿਖਾਈ ਨਹੀਂ ਦਿੰਦੇ, ਉੱਥੇ ਬਹੁਤ ਘੱਟ ਜਾਂਦੇ ਆ, ਏਸੀ ਰੂਮਾਂ 'ਚ ਬੈਠ ਕੇ ਕਹਿੰਦੇ ਬਿਆਨ ਦੇ ਦਿੰਦੇ। ਕੋਈ ਏਸੀ ਰੂਮਾਂ 'ਚ ਬੈਠ ਕੇ ਉਦੋਂ ਮੈਂ ਬਿਆਨ ਨਹੀਂ ਦਿੱਤਾ ਸੀ। ਠੀਕ ਹੈ, ਜਿੱਥੇ ਬੇਅਦਬੀਆਂ ਹੁੰਦੀਆਂ ਅੱਗੇ ਅਸੀਂ ਇਕੱਠ ਕਰਕੇ ਖਿਮਾ ਕਰੇ, ਹਿਰਦਾ ਦੁਖੀ ਹੈ ਪਰ ਅਸੀਂ ਕੀ ਖੱਟ ਲਿਆ। ਠੀਕ ਹੈ, ਫਿਰ ਅਸੀਂ ਇਕੱਠ ਕਰਾਂਗੇ ਸਿਰ ਜੋੜ ਕੇ, ਉੱਥੇ ਬਹਿ ਕੇ ਕੀ ਨਿਕਲੂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਾਂ ਕੁਲਦੀਪ ਘੋਲੀਆ। ਦਰਸ਼ਕੋ, ਜੇਕਰ ਗੱਲ ਕਰੀਏ ਕਿਸੇ ਵੀ ਧਰਮ ਦੀ ਤਾਂ ਹਰ ਧਰਮ ਸਤਿਕਾਰਯੋਗ ਹੈ, ਪਰ ਉੱਥੇ ਕੁਝ ਅਜਿਹੇ ਲਾਹਨਤੀ ਲੋਕ ਵੀ ਨੇ ਜੋ ਹਰ ਧਰਮ ਦਾ ਨਿਰਾਦਰ ਕਰਦੇ ਨੇ, ਹਰ ਧਰਮ ਦੀ ਬੇਅਦਬੀ ਕਰਦੇ ਨੇ। ਜੇ ਸਿੱਖ ਧਰਮ ਦੀ ਗੱਲ ਕਰੀਏ ਤਾਂ ਸਿੱਖ ਧਰਮ ਦੇ ਵਿੱਚ ਲਗਾਤਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਆ। ਖਾਸ ਤੌਰ 'ਤੇ 2015 ਤੋਂ ਬਾਅਦ ਲਗਾਤਾਰ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਬਗਰਾੜੀ ਕਾਂਡ ਹੋਇਆ। ਬਗਰਾੜੀ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਉੱਥੇ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਹੈ, ਪਰ ਇਸ ਤੋਂ ਬਾਅਦ ਉਹ ਧਰਨੇ ਨੂੰ ਖਤਮ ਕਰ ਦਿੱਤਾ ਜਾਂਦਾ ਹੈ। ਪਰ ਜੇ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਕੋਟਕਪੂਰਾ ਦੇ ਵਿੱਚ ਵੀ ਧਰਨਾ ਲੱਗਦਾ ਹੈ ਤੇ ਉੱਥੇ ਗੋਲੀकांड ਵਾਪਰਦਾ ਹੈ, ਜਿਸ ਵਿੱਚ 2 ਸਿੰਘ ਸ਼ਹੀਦ ਹੋ ਜਾਂਦੇ ਨੇ। ਉਹਨਾਂ ਦੀ ਸ਼ਹੀਦੀ ਨੂੰ ਲੈ ਕੇ ਅੱਜ ਤੱਕ ਰੌਲਾ ਚੱਲ ਰਿਹਾ ਹੈ, ਸਿੱਖਾਂ ਨੂੰ ਇਨਸਾਫ ਨਹੀਂ ਮਿਲ ਰਿਹਾ, ਸਿਆਸੀ ਪਾਰਟੀਆਂ ਇੱਕ ਦੂਜੇ 'ਤੇ ਦੂਸ਼ਣਬਾਜ਼ੀ ਕਰ ਰਹੀਆਂ। ਇੱਥੋਂ ਤੱਕ ਕਿ ਕੁਝ ਲੋਕਾਂ ਨੇ ਸਿਆਸਤ ਕਰਦਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ 'ਚ 2017 'ਚ ਆਪਣੀ ਸਰਕਾਰ ਵੀ ਬਣਾ ਲਈ ਕਿ ਜਦੋਂ ਸਾਡੀ ਸਰਕਾਰ ਬਣੀ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਾਂਗੇ।
ਪਰ ਹੁਣ ਤੱਕ ਕਿੰਨੇ ਲੋਕ ਜੇਲ੍ਹ ਦੀਆਂ ਸਲਾਖਾਂ ਪਿੱਛੇ ਗਏ? ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਸਜ਼ਾ ਮਿਲ ਗਈ? ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਜੋ ਸਿੱਖ ਧਰਮ ਹੈ ਉਹ ਇਸ ਗੱਲ ਤੇ ਸੰਤੁਸ਼ਟ ਹੈ? ਪਰ ਨਹੀਂ। ਇਸ ਗੱਲ ਨੂੰ ਲੈ ਕੇ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵੀਡੀਓ ਵਾਇਰਲ ਹੁੰਦੀ ਹੈ। ਉਹ ਵੀਡੀਓ ਆ ਭਾਈ ਰਵਿੰਦਰ ਸਿੰਘ ਜੋਨੀ ਬਾਬਾ ਜੀ ਦੀ। ਉਹ ਕਹਿੰਦੇ ਨੇ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰੂਗਾ, ਜਿਹੜਾ ਇਨਸਾਨ ਉਸ ਨੂੰ ਸੋਧਾ ਲਾਊਗਾ ਤੇ ਉਸ ਨੂੰ ਬਣਦਾ ਇਨਾਮ ਦਿੱਤਾ ਜਾਊਗਾ। ਇਸ ਲਈ ਗੱਲਬਾਤ ਕਰਨ ਲਈ ਸਾਡੇ ਨਾਲ ਖੁਦ ਬਾਬਾ ਰਵਿੰਦਰ ਸਿੰਘ ਜੋਨੀ ਜੀ ਸਾਡੇ ਨਾਲ ਗੱਲਬਾਤ ਕਰਦੇ। ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ। ਹਾਂਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਖਾਲਸਾ ਜੀ, ਕਿਉਂ ਤੁਹਾਨੂੰ ਕਹਿਣਾ ਪਿਆ, ਐਡੀ ਵੱਡੀ ਗੱਲ ਕਿਉਂ ਕਹਿਣੀ ਪਈ ਕਿ ਸੋਧਾ ਲਾ ਕੇ ਭਾਈ ਮੇਰੇ ਕੋਲ ਆ ਜਾਓ, ਜ਼ਿੰਮੇਵਾਰੀ ਮੈਂ ਚੱਕ ਲੂੰ, ਬਣਦਾ ਨਾਮ ਮੈਂ ਦਿਉਂ? ਹਾਲਾਂਕਿ ਇਹ ਗੱਲ ਹੁਣ ਤੱਕ ਕਿਸੇ ਵੱਡੇ ਸਿਆਸੀ ਪਾਰਟੀ ਨੇ, ਕਿਸੇ ਵੱਡੀ ਸ਼੍ਰੋਮਣੀ ਕਮੇਟੀ ਨੇ, ਕਿਸੇ ਵੱਡੀ ਸੰਸਥਾ ਨੇ, ਇੱਥੋਂ ਤੱਕ ਕਿ ਜਿਹੜੇ ਕਹਿੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੱਖਿਆ ਹੀ ਅਸੀਂ ਕਰਦੇ ਹਾਂ, ਅਸੀਂ ਰਖਵਾਲੇ ਹਾਂ, ਅਸੀਂ ਮਰ ਮਿਟਾਂਗੇ, ਉਹ ਬੰਦਿਆਂ ਨੇ ਵੀ ਨਹੀਂ ਗੱਲ ਕੀਤੀ। ਤੁਹਾਨੂੰ ਕਿਉਂ ਗੱਲ ਕਰਨੀ ਪਈ? ਇਹੀ ਸੋਚਣ ਵਾਲਾ ਵਿਸ਼ਾ ਆ ਵੀ ਜਦੋਂ ਹੁਣ 450 ਦੇ ਨੇੜੇ ਬੇਅਦਬੀਆਂ ਹੋ ਗਈਆਂ, ਹੁਣ ਤੱਕ ਫਿਰ ਸਾਰਿਆਂ ਦੇ ਮੂੰਹ ਵੱਲ ਵੇਖਦਾ ਰਿਹਾ ਦਾਸ ਵੀ ਕੋਈ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਇਹੋ ਜਿਹਾ ਬਿਆਨ ਆਵੇ, ਠੀਕ ਹੈ, ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੇਅਦਬੀ ਕਰਨ ਦੀ ਸੋਚਦਾ ਵੀ ਹੈ ਵੀ ਉਹ 100 ਵਾਰੀ ਸੋਚੇ, ਠੀਕ ਹੈ, ਕੋਈ ਸਰਕਾਰਾਂ ਵੱਲੋਂ ਆਵੇ ਇਹੋ ਜਿਹਾ ਬਿਆਨ। ਇਹ ਜਦੋਂ ਸਾਰਾ ਕੁਝ ਆਪਾਂ ਦੇਖਦੇ ਹਾਂ ਨਾ, ਘਟਨਾਕ੍ਰਮ ਜੋ ਵਾਪਰਿਆ 2015 ਤੋਂ ਲੈ ਕੇ, ਹੋਰਾਂ ਦਾ ਤਾਂ ਪਤਾ ਨਹੀਂ, ਮੈਨੂੰ ਇਹ ਲੱਗਦਾ ਹੈ ਖਾਸ ਕਰਕੇ ਵੀ 2015 ਤੋਂ ਅਸੀਂ 9 ਦੇ ਹੀ ਸਿੱਖ ਰਹਿ ਗਏ ਹਾਂ, 9 ਦੇ ਹੀ ਅਸੀਂ ਸਰਦਾਰ ਰਹਿ ਗਏ ਹਾਂ, ਠੀਕ ਹੈ। ਸਾਡੀਆਂ ਜ਼ਮੀਰਾਂ ਅਤੇ ਸਾਡੀਆਂ ਅਣਖਾਂ ਉਸੇ ਦਿਨ ਹੀ ਖਤਮ ਹੋ ਗਈਆਂ ਸੀ, ਠੀਕ ਹੈ। ਜਿਸ ਦਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅਸੀਂ ਕਹਿਣ ਨੂੰ ਦਿਲ ਨਹੀਂ ਕਰਦਾ, ਉਹਨਾਂ ਦੇ ਅੰਗਾਂ ਨੂੰ ਗਲੀਆਂ 'ਚ ਰੂੜੀਆਂ 'ਚ ਰੁਲਦਿਆਂ ਵੇਖ ਲਿਆ, ਠੀਕ ਹੈ। ਹੁਣ ਅਸੀਂ ਕਹਿਣ ਨੂੰ ਤਾਂ ਅਸੀਂ ਸਰਦਾਰ ਹੁੰਦੇ ਹਾਂ, ਕਿੱਧਰ ਗਈਆਂ ਸਾਡੀਆਂ ਸਰਦਾਰੀਆਂ? ਜਦੋਂ ਅਸੀਂ ਆਪਦੇ ਸਰਦਾਰ ਦੇ ਕੋਈ ਪਿਓ ਨੂੰ, ਉਹਦੀ ਪੱਗ ਨੂੰ ਜਾਂ ਉਹਦੇ ਦਾੜੇ ਨੂੰ ਫੜ ਕੇ ਖਿੱਚਣ ਦਾ ਯਤਨ ਕਰੇ, ਕੋਈ ਕਿਸੇ ਦੇ ਪਿਓ ਨੂੰ ਦਾੜੇ ਤੋਂ ਫੜ ਕੇ ਗਲੀ 'ਚ ਘੜੀਸ ਕੇ ਲੈ ਜੇ, ਬੰਦਾ ਉੱਥੇ ਕਹਿੰਦਾ ਜਾਂ ਮਰ ਦੂੰ ਜਾਂ ਮਾਰ ਦੂੰ, ਠੀਕ ਹੈ। ਹੁਣ ਗੁਰੂ ਗ੍ਰੰਥ ਸਾਹਿਬ ਨੂੰ ਜਿਨ੍ਹਾਂ ਨੇ ਪਿਓ ਮੰਨਿਆ, ਅਸਲ ਵਿੱਚ ਉਹਨਾਂ ਦਾ ਤਾਂ ਅੰਦਰ ਤੜਫਦਾ ਹੈ, ਉਹਨਾਂ ਦਾ ਅੰਦਰ ਦੁਖੀ ਹੈ, ਕਰਲਾਉਂਦਾ। ਪਰ ਗੌਰਮੈਂਟ ਅਤੇ ਕਾਨੂੰਨ ਦਾ ਦਾਇਰਾ ਐਸਾ ਹੈ ਜਿਹਦੇ ਵਿੱਚ ਤੁਸੀਂ ਚਾਹ ਕੇ ਵੀ ਕੁਝ ਕਰ ਨਹੀਂ ਸਕਦੇ। ਦਿਲ ਤਾਂ ਕਰਦਾ ਵੀ ਉਹਨੂੰ ਵੀ ਦੀਏ ਤੇ ਉਹ ਤੋਂ ਵੀ ਬਦਲਾ ਲੈ ਲਈਏ, ਪਰ ਕਾਨੂੰਨ ਦਾ ਦਾਇਰਾ ਇੱਕ ਐਸਾ ਆ, ਠੀਕ ਹੈ ਨਾ। ਪਰ ਹੁਣ ਜਦੋਂ ਦੇਖਿਆ ਵੀ ਕੋਈ ਕਾਨੂੰਨ ਕੁਝ ਨਹੀਂ ਕਰ ਪਾ ਰਿਹਾ, ਸਾਡੀਆਂ ਸਰਕਾਰਾਂ ਕੁਝ ਨਹੀਂ ਕਰ ਪਾ ਰਹੀਆਂ, ਸ਼੍ਰੋਮਣੀ ਕਮੇਟੀ ਕੁਝ ਨਹੀਂ ਕਰ ਪਾ ਰਹੀ, ਫਿਰ ਕਿਸੇ ਨੂੰ ਤਾਂ ਮੂਹਰੇ ਆਉਣਾ ਹੀ ਸੀ, ਠੀਕ ਹੈ। ਫਿਰ ਮੈਂ ਕਿਹਾ ਵੀ ਇੱਦੋਂ ਤਾਂ ਮਰੇ ਚੰਗੇ ਆ। ਜਦੋਂ ਹੁਣ ਜੌਲੀਆਂ ਪਿੰਡ ਦੇ ਵਿੱਚ ਸੰਗਰੂਰ ਜ਼ਿਲ੍ਹੇ 'ਚ ਹੋਈ ਬੇਅਦਬੀ, ਜਦੋਂ ਗੁਰੂ ਸਾਹਿਬ ਨੂੰ ਅਗਨ ਭੇਟ ਹੀ ਕਰਤਾ, ਅੱਗ ਹੀ ਲਾਤੀ ਆ ਕੇ, ਠੀਕ ਹੈ। ਫਿਰ ਇਦੋਂ ਪਰੇ ਕੀ ਆ ਯਾਰ? ਇਹ ਜਿਉਣ ਦਾ ਕੋਈ ਤਰੀਕਾ ਹੈ? ਇਦੋਂ ਤਾਂ ਮਰੇ ਚੰਗੇ ਆ। ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਜਦੋਂ ਇਹ ਬਾਣ ਵੱਜਿਆ ਫਿਰ ਰੋਸ ਹੋਣਾ ਸੁਭਾਵਿਕ ਹੈ, ਠੀਕ ਹੈ। ਇਹ ਨਹੀਂ ਮੈਂ ਕਹਿੰਦਾ ਵੀ ਜਜ਼ਬਾ ਨਹੀਂ ਹੈ, ਸਿੱਖਾਂ ਦੇ ਵਿੱਚ ਪਿਆਰ ਨਹੀਂ ਹੈ, ਹੈਗਾ, ਪਰ ਕੁਝ ਮੁੱਠੀ ਪਰ। ਬਾਕੀ ਤਾਂ ਦੁਨੀਆ ਹੁਣ ਤਮਾਸ਼ਗੀਰ ਹੋ ਗਈ, ਤਮਾਸ਼ੇ ਵੇਖਦੀ ਹੈ। ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿਤ ਨ ਰਹਿਓ ਕੋਈ, ਠੀਕ ਹੈ। ਇੱਥੇ ਕੁਝ ਨਹੀਂ ਦੁਨੀਆ ਦਾ ਬਣ ਸਕਦਾ। ਜਿਹੜੇ ਹਾਲਾਤ ਅੱਜ ਆਪਾਂ ਦੁਨੀਆ ਦੇ ਦੇਖ ਰਹੇ ਹਾਂ ਨਾ, ਤਾਂ ਇਹ ਤਰਾਸਦੀ ਤਾਂ ਹੀ ਹੈ
ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਹਿਲੀ ਬੇਦਬੀ ਹੋਈ ਨਾ, ਬਸ ਜਿੱਦਾਂ ਪਹਿਲੀ ਵਾਰੀ ਗੁਰੂ ਸਾਹਿਬ ਦੇ ਅੰਗ ਖਿਲਾਰੇ ਗਏ, ਬਸ ਸਮਝ ਲਓ ਉਸ ਦਿਨ ਤੋਂ ਦੁਨੀਆ ਖਿਲਰਨੀ ਸ਼ੁਰੂ ਹੋ ਗਈ। ਠੀਕ ਹੈ, ਹੌਲੀ 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 ਅੱਜ ਦੁਨੀਆ ਜਮਾਂ ਖੇਰੂ ਖੇਰੂ ਹੋਈ ਪਈ ਹੈ। ਹਾਲਾਤ ਦੇਖ ਲਓ। ਠੀਕ ਹੈ, ਔਰ ਇਹ ਪਤਾ ਹੀ ਨਹੀਂ ਵੀ ਕਿਹੜੇ ਵੇਲੇ ਕੀ ਭਾਣਾ ਕੀ ਵਰਤ ਜਾਣਾ ਆ। ਠੀਕ ਹੈ, ਫਿਰ ਦਾਸ ਨੇ ਕਿਹਾ ਵੀ ਜੋ ਮਰਜ਼ੀ ਹੋ ਜੇ, ਵੀ ਜਿਹੜਾ ਵੀ ਸਿੱਖ ਜਿਹਦੇ ਨੇੜੇ ਤੇੜੇ ਇਲਾਕੇ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਜਦੋਂ ਬੇਅਦਬੀ ਕੋਈ ਕਰਦਾ ਹੈ ਤੇ ਉਹਨੂੰ ਪੁਲਿਸ ਨੂੰ ਜਾਂ ਪ੍ਰਸ਼ਾਸਨ ਨੂੰ ਫੜਾਓਗੇ, ਉਹ 295 ਇਹਦਾ ਪਰਚਾ ਕਰੂ। ਠੀਕ ਹੈ, ਜਾਂ ਤਾਂ ਹੋਵੇ ਨਾ ਵੀ ਕਾਨੂੰਨ ਹੋਵੇ 302 ਦਾ ਪਰਚਾ ਲਾਵੇ, 307 ਦਾ ਪਰਚਾ ਹੋਵੇ, 4 ਸਾਲ ਜ਼ਮਾਨਤ ਨਾ ਹੋਵੇ, ਬੰਦੇ ਦੀ ਉਮਰ ਜੇਲ੍ਹ 'ਚ ਲੰਘ ਜੇ, ਅਗਲਾ ਕੋਈ ਡਰ ਭੈ ਤਾਂ ਮੰਨੇ। ਹੁਣ ਤਾਂ ਡਰ ਹੀ ਚੱਕਿਆ ਗਿਆ। ਠੀਕ ਹੈ, ਕੁਝ ਵੱਡੀ ਮੂਰਖਤਾ ਉਹਨਾਂ ਪ੍ਰਚਾਰਕਾਂ ਦੀ ਹੈ ਜਿਹੜੇ ਕਹਿੰਦੇ ਰੇ ਡਰੋ ਨਾ, ਇਹ ਤੋਂ ਡਰਨ ਦੀ ਕੋਈ ਲੋੜ ਨਹੀਂ। ਡਰ ਪੈ ਕਿਉਂ ਚੱਕਿਆ? ਜਿਹਨੇ ਗੁਰਬਾਣੀ ਪੜ੍ਹਨੀ ਆ, ਸੰਥਿਆ ਕਰਨੀ ਆ ਨਾ, ਉਹ ਪਹਿਲਾਂ ਗੁਟਕਾ ਸਾਹਿਬ ਤੋਂ ਸ਼ੁਰੂ ਕਰਦਾ। ਇਹ ਮਰਿਆਦਾ, ਉਹਨੂੰ ਪਹਿਲੇ ਦਿਨ ਹੀ ਤਾਬਿਆ ਨਹੀਂ ਬਿਠਾ ਦਿੰਦੇ। ਠੀਕ ਹੈ, ਪਹਿਲਾਂ ਉਹਨੂੰ ਜਪਜੀ ਸਾਹਿਬ ਪੜ੍ਹਾਇਆ ਜਾਂਦਾ, ਫਿਰ 5 ਗ੍ਰੰਥੀ ਉਹਨੂੰ ਪੜ੍ਹਾਈ ਜਾਂਦੀ ਆ, ਫਿਰ 22 12 ਭਗਤਾਂ ਬਾਣੀ, ਫਿਰ ਜਾ ਕੇ ਭਾਗ 'ਤੇ ਉਹਨੂੰ ਸੰਥਿਆ ਕਰਾਈ ਜਾਂਦੀ ਆ, ਫਿਰ ਉਹ ਗੁਰੂ ਸਾਹਿਬ ਦੀ ਤਾਬਿਆ ਬਹਿਣ ਜੋਗਾ ਹੁੰਦਾ ਆ। ਹੁਣ ਜਦੋਂ ਤੁਸੀਂ ਡਾਰੀ ਚੱਕਤਾ, ਫਿਰ ਇਹ ਕਹਿ ਰਹੇ ਹੋ ਵੀ ਇਹ ਇੱਕ ਜਰੀਆ ਆ ਗਿਆਨ ਦੇਣ ਦਾ, ਇਹਨੂੰ ਅਗਨ ਵੀ ਭੇਟ ਕੀਤਾ ਜਾ ਸਕਦਾ ਹੈ, ਸੁਣਿਆ ਨਾ ਆਪਾਂ, ਅਤੇ ਇਹਦਾ ਤਾਂ ਸ਼ਿਕਾਰ ਵੀ ਹੋ ਸਕਦਾ ਹੈ, ਇਹ ਨਵੇਂ ਵੀ ਛਪ ਸਕਦੇ ਆ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਇਹ ਪੰਕਤੀਆਂ ਕਹਿ ਕਹਿ ਕੇ ਸੰਬੋਧਨ ਕਰਦੇ ਆ। ਉਹ ਭਾਈ ਤੁਸੀਂ ਵੀ ਬਰਾਬਰ ਦੇ ਹੀ ਓਡੇ ਹੀ ਗੁਨਾਹਗਾਰ ਹੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ। ਠੀਕ ਹੈ, ਜਿੰਨੇ ਕਰਨ ਵਾਲੇ ਆ, ਸਮਝ ਗਏ ਨਾ? ਐਸਾ ਤੁਸੀਂ ਪ੍ਰਚਾਰ ਕਰਦੇ ਹੋ, ਤੁਹਾਡੇ ਪ੍ਰਚਾਰ ਤੋਂ ਲੋਕਾਂ ਦੇ ਡਰ ਹੀ ਚੱਕੇ ਗਏ। ਜਣਾ ਖਣਾ ਆਉਂਦਾ ਗੁਰੂ ਸਾਹਿਬ ਦੀ ਬੇਅਦਬੀ ਕਰ ਜਾਂਦਾ, ਜਣਾ ਖਣਾ ਮਖੌਲ ਹੀ ਬਣਾ ਲਿਆ ਲੋਕਾਂ ਨੇ। ਫਿਰ ਹੁਣ ਦਰਦ ਨਹੀਂ ਹੋਊਗਾ। ਠੀਕ ਹੈ, ਪੂਰੀ ਸਿੱਖ ਕੌਮ ਨੂੰ ਇਸ ਗੱਲ ਦਾ ਦਰਦ ਹੈ, ਦਰਦ ਮਹਿਸੂਸ ਕਰਦੀ ਹੈ ਸਿੱਖ ਕੌਮ। ਤੁਸੀਂ ਜਿਨ੍ਹਾਂ ਦੀ ਗੱਲਬਾਤ ਕਰਦੇ ਆ, ਮੈਂ ਉਹਨਾਂ ਦੀ ਗੱਲ ਹੀ ਕਰ ਲਾਂ। ਉਹ ਕਹਿੰਦੇ ਅਸੀਂ ਤਰਕ ਦੇ ਆਧਾਰ 'ਤੇ ਲੋਕਾਂ ਨੂੰ ਦੱਸਦੇ ਹਾਂ ਕਿ ਐਵੇਂ ਕਿਸੇ ਸੰਪਰਦਾਵਾਂ ਦੇ ਵਿੱਚ, ਕਿਸੇ ਬਾਬਿਆਂ 'ਚ ਨਾੜੋ, ਕਿਸੇ ਡੇਰਾਵਾਦ 'ਚ ਨਾੜੋ, ਗੁਰੂ ਗ੍ਰੰਥ ਸਾਹਿਬ ਸਭ ਥਾਂ ਇੱਕੋ ਹੀ ਆ। ਪਿੰਡ ਦੇ ਗੁਰੂ ਘਰ 'ਚ ਇੱਕ ਹੀ। ਉਹ ਕਹਿੰਦੇ ਸਾਰੇ ਇੰਨੇ ਗੁਰੂ ਘਰ ਬਣਾਉਣ ਦੀ ਜ਼ਰੂਰਤ ਨਹੀਂ ਆ। ਉਹ ਤਰਕ ਫਿਰ ਇਹ ਦਿੰਦੇ ਆ, ਉਹ ਕਹਿੰਦੇ ਇੱਕ ਪਿੰਡ 'ਚ ਗੁਰੂ ਘਰ ਬਣਾ ਲਓ। ਵੰਡੀਆਂ ਕਿਉਂ ਪਾਉਂਦੇ ਆ? ਕਿਉਂ ਕਹਿੰਦਾ ਕੋਈ ਕਿ ਸਾਡੇ ਕੋਲੋਂ ਅੰਮ੍ਰਿਤ ਛਕੋ, ਸਾਡੇ ਕੋਲੋਂ ਛਕੋ, ਆਪੋ ਆਪਣੇ ਕਿਉਂ ਪਹਿਰਾਵੇ ਬਣਾਇਆ? ਉਹ ਇਹ ਤਰਕ ਦੇ ਰਹੇ ਆ। ਦੇਖੋ, ਇਹ ਤਾਂ ਗੱਲ ਦਾਸ ਵੀ ਇਸ ਗੱਲ ਦੇ ਹੱਕ 'ਚ ਹੈ ਵੀ ਜਿਹੜੇ ਪਿੰਡ 'ਚ 5 ਗੁਰੂ ਘਰ ਹੈ, ਜਾਂ ਤਾਂ 24 ਘੰਟੇ ਉੱਥੇ ਹਾਜ਼ਰੀ ਦਿੰਦੇ ਹੋਣ, ਉੱਥੋਂ ਦੇ ਪ੍ਰਬੰਧਕ ਜਾਂ ਚੌਬਦਾਰ ਰੱਖੇ ਹੋਣ ਤਨਖਾਹ 'ਤੇ, ਜਾਂ ਗ੍ਰੰਥੀ ਨੂੰ ਪ੍ਰੋਪਰ ਚੰਗੀ ਤਨਖਾਹ ਦੇਵੋ। ਠੀਕ ਹੈ, ਅੱਜ ਦੇ ਸਮੇਂ ਦੇ ਜਿਹੜੇ ਹਾਲਾਤ ਹੈ, ਅੱਜ 20 ਤੋਂ 25,000 ਰੁਪਈਆ ਇੱਕ ਨੋਰਮਲ ਜੇ ਘਰ ਦਾ ਮਹੀਨੇ ਦਾ ਖਰਚਾ ਹੈ। ਮੰਨਦੇ ਆ ਨਾ ਆਪਾਂ? ਗ੍ਰੰਥੀ ਸਿੰਘ ਨੂੰ ਅਸੀਂ ਤਨਖਾਹ ਦੇਣੀ ਹੈ 5000, ਗ੍ਰੰਥੀ ਸਿੰਘ ਨੂੰ 5000 ਤਨਖਾਹ ਦੇਣੀ ਹੈ। ਅਤੇ ਹੁਣ ਗ੍ਰੰਥੀ ਸਿੰਘ ਨੇ ਤਾਂ ਓੜ ਪੋੜ ਕਰਨਾ ਹੀ ਹੈ, ਕਿਤੇ ਸੱਜੇ ਖੱਬੇ ਹੋਰ ਡਿਊਟੀਆਂ ਰੌਲਾਂ ਲਾਉਣੀਆਂ, ਵੀ ਘਰ ਦਾ ਖਰਚਾ ਚਲਾਉਣਾ। ਜਦੋਂ ਉਹਨੂੰ ਪ੍ਰੋਪਰ ਤਨਖਾਹ ਹੀ ਨਹੀਂ ਆਪਾਂ ਦੇ ਸਕਦੇ ਗ੍ਰੰਥੀ ਸਿੰਘ ਨੂੰ, ਅਤੇ ਫਿਰ 5-5 6-6 ਗੁਰਦੁਆਰੇ ਕਿਉਂ ਬਣਾਏ ਆ? ਜਾਤਾਂ ਪਾਤਾਂ ਦੇ ਨਾਂ 'ਤੇ ਗੁਰਦੁਆਰੇ ਕਿਉਂ ਬਣਾਏ ਆ? ਇਹ ਨਾਮਦੇਵ ਭਵਨ ਹੈ ਜੀ, ਇਹ ਰਾਮਗੜੀਆ ਭਵਨ ਹੈ ਜੀ, ਇਹ ਜੀ ਵਾਲਮੀਕੀ ਭਵਨ ਹੈ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਂ 'ਤੇ। ਇਹ ਥਾਂ ਥਾਂ 'ਤੇ ਜਿਹੜੇ ਇਹ ਪਾਈਆਂ ਨਾ ਵੰਡੀਆਂ, ਇਹ ਗਲਤ ਹੈ। ਜਦੋਂ ਦੇਖੋ ਜ਼ਿਆਦਾ ਹੋ ਜੇ ਨਾ ਗਿਣਤੀ, ਉਦੋਂ ਕਦਰ ਘਟਦੀ ਹੁੰਦੀ ਹੈ ਹਮੇਸ਼ਾ। ਠੀਕ ਹੈ, ਜਦੋਂ ਆਪਾਂ ਗੁਰੂ ਘਰਾਂ ਦੀ ਗਿਣਤੀ ਵਧਾਤੀ, ਕੁਆਂਟੀਟੀ ਵਧਾਤੀ, ਕੁਆਲਿਟੀ ਘਟਾਤੀ। ਕੁਆਲਿਟੀ ਰੱਖੋ, ਇੱਕੋ ਹੀ ਰੱਖੋ। ਠੀਕ ਹੈ, ਜਿਹਨੇ ਕੋਈ ਖੁਸ਼ੀ ਗਮੀ ਕਰਨੀ ਆ, ਉਹ ਉੱਥੋਂ ਸਤਿਗੁਰੂ ਨੂੰ ਸਤਿਕਾਰ ਨਾਲ ਲਿਜਾਵੇ, ਆਪਣੇ ਗੁਰੂ ਘਰ ਲਿਜਾਵੇ, ਅਤੇ ਉੱਥੇ ਉਹ ਖੁਸ਼ੀ ਗਮੀ ਕਰਕੇ, ਸਮਾਗਮ ਕਰਕੇ, ਗੁਰੂ ਸਾਹਿਬ ਨੂੰ ਸਤਿਕਾਰ ਨਾਲ ਵਿਦਾ ਕਰਕੇ ਆਵੇ। ਠੀਕ ਹੈ, ਜੇ ਸੇਵਾ ਸੰਭਾਲ ਨਹੀਂ ਕਰਨ ਜੋਗੇ,
ਤੇ ਫਿਰ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਰੱਖਣ ਦਾ ਵੀ ਕੋਈ ਹੱਕ ਨਹੀਂ। ਠੀਕ ਹੈ, ਤੇ ਉਹੋ ਜੀ ਵੱਡੇ ਮੂਰਖ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਛਾਪਣ ਵਾਲੇ ਤੇ ਉਹ ਸੌਦਾ ਕਰਨ ਵਾਲੇ, ਵੇਚਣ ਵਾਲੇ। ਓਏ ਮੂਰਖੋ, ਤੁਸੀਂ ਇਹ ਨਹੀਂ ਵੇਖਦੇ, ਤੁਸੀਂ ਇਹ ਦੇਖਦੇ ਹੋ ਵੀ ਪੈਸੇ ਲੈ ਲਏ, ਗੁਰੂ ਸਾਹਿਬ ਦੇਤੇ, ਮਾਇਆ ਲੈ ਕੇ ਵੇਚਤੇ। ਠੀਕ ਹੈ, ਇਹ ਨਹੀਂ ਪੁੱਛਿਆ ਵੀ ਸੰਭਾਲ ਕੌਣ ਕਰੂਗਾ। ਉਹਨਾਂ ਦੇ ਉੱਥੇ ਹੀ ਹੱਥ ਵੱਢੋ, ਉੱਥੇ ਲਿਖਾਓ ਉਹਨਾਂ ਤੋਂ, ਪ੍ਰੋਪਰ ਜ਼ਿੰਮੇਵਾਰੀ ਲਓ ਵੀ 24 ਘੰਟੇ ਇੱਕ ਬੰਦਾ ਗੁਰੂ ਸਾਹਿਬ ਦੇ ਨੇੜੇ ਹਾਜ਼ਰ ਰਹੂਗਾ, ਨੇੜੇ ਤੇੜੇ ਚੋਂ ਗਿਰਦੇ। ਠੀਕ ਹੈ, ਕਿਤੇ ਇਹ ਤਾਂ ਨਹੀਂ ਜਿੰਦਾ ਲਾ ਕੇ ਤੁਰੇ ਫਿਰੋਂਗੇ ਬਾਹਰ ਅੰਦਰ ਕਿਤੇ ਹੋਰ, ਫਿਰ ਤਾਂ ਅਗਲੇ ਨੇ ਬੇਅਦਬੀ ਕਰਨੀ ਆ। ਠੀਕ ਹੈ, ਹੁਣ ਬੰਦਿਆਂ ਦੇ ਕੰਮ ਅਸੀਂ ਕੈਮਰਿਆਂ 'ਤੇ ਛੱਡਤੇ। ਅਗਲਾ ਮੂੰਹ ਬੰਨ੍ਹ ਕੇ ਕਾਲੀਆਂ ਐਨਕਾਂ ਲਾ ਕੇ ਆ ਜਾਊਗਾ, ਕੈਮਰੇ ਤੋਂ ਕੀ ਫੜ ਲਓਗੇ ਤੁਸੀਂ ਕਿਸੇ ਨੂੰ। ਠੀਕ ਹੈ, ਇਹ ਬੇਅਦਬੀਆਂ ਹੋਣ ਦਾ ਵੱਡਾ ਕਾਰਨ ਹੈ। ਠੀਕ ਹੈ ਨਾ, ਇਸ ਗੱਲ 'ਤੇ ਤਾਂ ਮੈਂ ਵੀ ਹੱਕ 'ਚ ਵੀ ਗੁਰਦੁਆਰਾ ਤਾਂ ਗੁਰੂ ਪਿੰਡ ਦੇ ਵਿੱਚ ਇੱਕੋ ਹੀ ਹੋਣਾ ਚਾਹੀਦਾ। ਜੇ ਪਿੰਡ ਦਾ ਨਾਂ ਇੱਕ ਹੈ ਤੇ ਗੁਰਦੁਆਰਾ ਵੀ ਇੱਕ ਹੈ। ਠੀਕ ਹੈ, ਪੰਚਾਇਤਾਂ ਇੱਕ ਬਣ ਸਕਦੀਆਂ ਤੇ ਗੁਰੂ ਘਰ ਵੀ ਇੱਕ ਬਣ ਸਕਦਾ। ਪਰ ਦੇਖਦੇ ਹਾਂ ਖਾਲਸਾ ਜੀ, ਤੁਸੀਂ ਗੱਲਬਾਤ ਕੀਤੀ ਹੈ ਕਿ ਗ੍ਰੰਥੀ ਸਿੰਘ ਨੂੰ 25-30 ਹਜ਼ਾਰ ਜਾਂ ਜੋ, ਪਰ ਇੰਨੀਆਂ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ। ਬਹੁਤ ਗਰੀਬ ਘਰਾਂ ਦੇ ਬੱਚੇ ਜਿਹੜੇ ਅੱਜ ਕੱਲ੍ਹ ਗ੍ਰੰਥੀ ਬਣ ਰਹੇ ਆ, ਅਮੀਰ ਘਰਾਂ ਦੇ ਬੱਚੇ ਤਾਂ ਵਿਦੇਸ਼ਾਂ ਨੂੰ ਭੱਜ ਰਹੇ ਆ, ਪਰ ਗਰੀਬ ਘਰਾਂ ਦੇ ਬੱਚੇ ਵਿਦੇਸ਼ਾਂ ਨੂੰ ਜਾ ਨਹੀਂ ਸਕਦੇ। ਉਹ ਕਿਸੇ ਗੁਰੂ ਘਰ ਜਾ ਕੇ ਕਿਸੇ ਸੰਸਥਾ ਨਾਲ ਜੁੜ ਕੇ ਸੋਚਦੇ ਆ ਕਿ ਚਲੋ ਗੁਰੂ ਦੇ ਲੜ ਲੱਗ ਜਾਂਦੇ ਆ, ਨਾਲੇ 2 ਪੈਸੇ ਆ ਜਾਣਗੇ, ਪਰਿਵਾਰ ਦਾ ਪਾਲਣ ਪੋਸ਼ਣ ਹੋ ਜਾਊਗਾ। ਪਰ ਸਾਡੇ ਗੁਰੂ ਘਰਾਂ ਦੇ ਪ੍ਰਬੰਧਕ, ਸਾਡੇ ਗੁਰੂ ਘਰਾਂ ਦੇ ਪ੍ਰਧਾਨ ਆਪਣੇ ਘਰ ਤਾਂ ਜ਼ਰੂਰ ਭਰ ਲੈਂਦੇ ਆ, ਆਪਣੇ ਚਹੇਤਿਆਂ ਦੇ ਘਰ ਤਾਂ ਜ਼ਰੂਰ ਭਰ ਲੈਂਦੇ ਆ, ਪਰ ਗੁਰੂ ਘਰਾਂ ਦੇ ਜਿਹੜੇ ਕੂਕਰ ਹੈ ਉਹਨਾਂ ਦੀ ਬਾਤ ਨਹੀਂ ਪੁੱਛਦੇ। ਤੋ ਵੈਸੇ ਇਹੀ ਗੱਲ ਤਾਂ ਮੈਂ ਕਰ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਜ਼ੀਰ ਨੂੰ ਇੱਕ ਪਾਸੇ ਤਾਂ ਤੁਸੀਂ ਬਾਬਾ ਬੁੱਢਾ ਸਾਹਿਬ ਦੀ ਪਦਵੀ ਨਾਲ ਉਹਦੀ ਤੁਲਨਾ ਕਰਦੇ ਹੋ। ਠੀਕ ਹੈ, ਫਿਰ ਦੂਜੇ ਪਾਸੇ ਬਾਬਾ ਬੁੱਢਾ ਸਾਹਿਬ ਨੂੰ ਤੁਸੀਂ ਪੁੱਛਦੇ ਵੀ ਨਹੀਂ। ਠੀਕ ਹੈ, ਜਾਂ ਤਾਂ ਉਹਦੀ ਸਾਰ ਵੀ ਲਓ, ਉਹਨੂੰ ਪੁੱਛੋ ਵੀ, ਉਹਦੇ ਦੁੱਖ ਸੁੱਖ 'ਚ ਖੜੋ ਵੀ ਤੁਸੀਂ। ਠੀਕ ਹੈ, ਜੇ ਗ੍ਰੰਥੀ ਸਿੰਘ ਦੀ ਤੁਸੀਂ ਪ੍ਰੋਪਰ ਤਨਖਾਹ ਹੀ ਨਹੀਂ ਦੇਣ ਜੋਗੇ, ਇਹਦਾ ਕਾਰਨ ਹੀ ਇਹ ਹੈ ਵੀ ਜਦੋਂ 5-5 6-6 10-10 ਗੁਰਦੁਆਰੇ ਇੱਕ ਵੱਡੇ ਪਿੰਡ 'ਚ ਬਣਦੇ ਆ ਨਾ, ਫਿਰ ਅਗਲਾ ਕਹਿੰਦਾ ਥੋੜ੍ਹੀ ਤਨਖਾਹ ਤੇ ਹਉਮੈ ਦੇ ਪੱਟੇ ਜਿਹੜੇ ਪ੍ਰਧਾਨਗੀਆਂ ਦੇ ਤੇ ਸੈਕਟਰੀ ਪੁਣੇ ਦੇ ਤੇ ਇਹ ਖਜ਼ਾਨਚੀਆਂ ਦੇ ਜਿਹੜੇ ਹਉਮੈ ਦੇ ਭਰੇ ਹੋਏ ਕੂਚੇ ਪਿੰਡਾਂ 'ਚ ਭਰੇ ਹੋਏ ਆ ਨਾ ਲੋਕ, ਇਹ ਲੋਕ ਫੋਕੀਆਂ ਚੌਧਰਾਂ ਦੇ ਭੁੱਖਿਆਂ ਨੇ ਆਪਣੀਆਂ ਕਲੋਨੀਆਂ 'ਚ ਗੁਰੂ ਘਰ ਤਾਂ ਬਣਾ ਲਏ, ਪਰ ਇਹ ਨਹੀਂ ਦੇਖਿਆ ਵੀ ਗ੍ਰੰਥੀ ਸਿੰਘ ਦੀਆਂ ਲੋੜਾਂ ਵੀ ਪੂਰੀਆਂ ਕਰੀਏ, ਉਹਦਾ ਬਣਦਾ ਉਹਨੂੰ ਹੱਕ ਵੀ ਦਈਏ। ਜਿੰਨਾ ਚਿਰ ਇਹ ਚੀਜ਼ ਤੋਂ ਆਪਾਂ ਨਹੀਂ ਹਟਦੇ, ਸੁਚੇਤ ਨਹੀਂ ਹੁੰਦੇ, ਉਹਨਾਂ ਚਿਰ ਇਹ ਬੇਅਦਬੀਆਂ ਖੇਮਾ ਕਰਿਓ ਕਹਿਣ ਨੂੰ ਦਿਲ ਨਹੀਂ ਕਰਦਾ। ਇਹ ਕਾਰਨ ਹੀ ਇਹ ਬਣਿਆ। ਬਹੁਤ ਵੱਡੀ ਗੱਲ ਹੈ। ਪਰ ਖਾਲਸਾ ਜੀ, ਤੁਸੀਂ ਮੈਨੂੰ ਇਹ ਦੱਸਿਓ ਕਿ ਤੁਸੀਂ ਜੋ ਗੱਲ ਕਹੀ ਹੈ, ਤੁਹਾਡੀ ਸੋਸ਼ਲ ਮੀਡੀਆ 'ਤੇ ਲਗਾਤਾਰ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਆ ਜਾਓ, ਜ਼ਿੰਮੇਵਾਰ ਅਸੀਂ, ਤੁਹਾਡੀ ਜ਼ਿੰਮੇਵਾਰੀ ਕੀ ਬਣਦੀ ਹੈ? ਕਰਨ ਵਾਲਾ ਕਰਿਆ ਆਊਗਾ, ਕੋਈ ਗਰੀਬ ਪਰਿਵਾਰ 'ਚ ਉੱਠੂਗਾ ਮੁੰਡਾ, ਪਤਾ ਲੱਗ ਜੂਗਾ ਕਿ ਫਲਾਨਾ ਮਾਰ ਦੂਗਾ, ਮੁਕਾ ਦੂਗਾ ਸੁੱਤੇ ਪਏ ਨੂੰ, ਪਿੱਛੋਂ ਉਹਦੇ ਪਰਿਵਾਰ ਦਾ ਕੀ ਬਣੂਗਾ? ਉਹਦਾ ਜ਼ਿੰਮੇਵਾਰ ਕੌਣ ਹੈ? ਤੁਸੀਂ ਕਿਹਾ ਮੂੰਹੋਂ ਮੰਗਿਆ ਇਨਾਮ ਦੇ ਦੋਗੇ, ਕੀ ਦੇ ਦੋਗੇ? ਆਖਰ ਸਜ਼ਾ ਤਾਂ ਉਸ ਵਿਅਕਤੀ ਨੂੰ ਭੁਗਤਣੀ ਪੈਣੀ ਹੈ ਨਾ, ਤੁਹਾਨੂੰ ਸਜ਼ਾ ਤਾਂ ਕੋਈ ਨਹੀਂ ਨਾ ਹੋਣੀ, ਤੁਸੀਂ ਤਾਂ ਫਿਰ ਇੱਥੇ ਹੀ ਬੈਠੇ ਰਹਿਣਾ। ਇਹ ਕਾਰਨ ਕਿਉਂ ਬਣਿਆ? ਇਹ ਲੋੜ ਕਿਉਂ ਪਈ ਮੈਨੂੰ ਇਹ ਗੱਲ ਕਹਿਣ ਦੀ? ਜਾਂ ਤਾਂ ਫਾਸਟ ਟਰੈਕ ਦੇ ਅਧੀਨ ਕੋਈ ਐਸਾ ਕਾਨੂੰਨ ਬਣਾਇਆ ਜਾਵੇ, ਜਿਵੇਂ ਹੁਣ ਪਿੱਛੇ ਜੇ ਪੋਸਕੋ ਕਾਨੂੰਨ ਬਣਿਆ ਵੀ ਜੇ ਕੋਈ ਨਾਬਾਲਗ ਬੱਚੀਆਂ ਦਾ ਕੋਈ ਬਲਾਤਕਾਰ ਕਰਦਾ, ਫਾਸਟ ਟਰੈਕ ਕਾਨੂੰਨ ਹੈ, ਉਹਨੂੰ ਤੁਰਤ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ। ਠੀਕ ਹੈ, ਫਿਰ ਤੁਸੀਂ ਉਦਾਹਰਣਾਂ ਲੈ ਲਓ ਬਾਹਰਲੇ ਮੁਲਕਾਂ ਦੀਆਂ, ਅਰਬ ਕੰਟਰੀਆਂ ਦੀਆਂ ਉਦਾਹਰਣਾਂ ਲੈ ਲਓ, ਹੈ ਨਾ। ਉਹਨਾਂ ਦੇ ਵਿੱਚ ਹੁਣ ਉਹਨਾਂ ਨੇ ਕਾਨੂੰਨ ਕੈਸੇ ਬਣਾਏ ਹੈ, ਜੇ ਕੋਈ ਹੱਥ ਨਾਲ ਗੁਨਾਹ ਕਰਦਾ ਹੱਥ ਵੱਢੋ ਇਹਦਾ, ਜੇ ਪੈਰ ਨਾਲ ਗੁਨਾਹ ਕਰਦਾ ਲੱਤ ਵੱਢੋ ਇਹਦੀ, ਜੇ ਅੱਖ ਨਾਲ ਗੁਨਾਹ ਕਰਦਾ ਅੱਖ ਕੱਟ ਦਿਓ ਇਹਦੀ। ਠੀਕ ਹੈ, ਤੇ ਜੇ ਕੋਈ ਧਾਰਮਿਕ ਗੁਰੂ ਉਹਨਾਂ ਦੀ ਮੁਬਾਰਕ ਕੁਰਾਨ ਸ਼ਰੀਫ ਦੀ ਬੇਅਦਬੀ ਕਰਦਾ, ਠੀਕ ਹੈ, ਤੇ ਫਿਰ ਉਹ ਕਹਿੰਦੇ ਇਹਨੂੰ ਮਿੱਟੀ 'ਚ ਗੱਡ ਕੇ ਇਹਨੂੰ ਐਸੀ ਭੈੜੀ ਸਜ਼ਾ ਦੇ ਦਿਓ ਵੀ ਇਹ ਬੰਦਾ ਦੇਖ ਕੇ ਕੰਬੇ, ਥਰ ਕੰਬੇ, ਇਹਨੂੰ ਦੇਖ ਕੇ ਬੰਦਾ ਵੀ ਐਸੀ ਭੈੜੀ ਸਜ਼ਾ ਦਿੱਤੀ ਜਾ ਰਹੀ ਹੈ। ਅਸੀਂ ਮੂੰਹੋਂ ਮੰਗਿਆ ਨਾਮ, ਇਸਦਾ ਇਹ ਭਾਵ ਹੈ ਜੇ ਜਿੰਨੇ ਜੋਗਰਾ ਮੈਂ ਹੈਗਾ, ਠੀਕ ਹੈ, ਮੈਂ ਆਪਣੇ ਵੱਲੋਂ 5 ਲੱਖ ਰੁਪਈਆ ਉਹਨੂੰ ਨਗਦ ਇਨਾਮ ਦੇਊਂਗਾ, ਹੋਰ ਕੋਈ ਦੇਵੇ ਨਾ ਦੇਵੇ, ਕੋਈ ਸੰਗ ਤੁਰੇ ਨਾ ਤੁਰੇ। ਦੂਜੀ ਗੱਲ, ਜਿਹੜਾ ਬੰਦਾ ਬੇਅਦਬੀ ਕਰਨ ਵਾਲੇ ਨੂੰ ਸਜ਼ਾ ਦੇਊਗਾ, ਠੀਕ ਹੈ, ਉਹਦੇ ਪਰਿਵਾਰ ਦੀ ਪਰਵਰਿਸ਼, ਬੱਚਿਆਂ ਦੀ ਪੜ੍ਹਾਈ,
ਜਿਹੋ ਜੀ ਉਹ ਪੜ੍ਹਾਈ ਚਾਹੁੰਣਗੇ, ਜਿਹੋ ਜਿਹਾ ਘਰ-ਬਾਰ ਜਾਂ ਜੋ ਉਹਨਾਂ ਦੀਆਂ ਸੁੱਖ ਸੁਵਿਧਾ ਪਈਆਂ ਹੈਗੀਆਂ ਵੀ ਬੱਚੋ ਪਿੱਛੋਂ ਪਰਿਵਾਰ ਨਾ ਰੁਲੇ, ਉਹ ਜ਼ਿੰਮੇਵਾਰੀ ਅਸੀਂ ਸਾਰੀ ਚੱਕਾਂਗੇ। ਦੂਸਰੀ, ਹੁਣ ਇਹ ਵੀ ਗੱਲ ਮੈਂ ਕਲੀਅਰ ਕਰ ਦਿਆਂ, ਹੁਣ ਕੱਲ੍ਹ ਇੱਥੇ ਪੁਲਿਸ ਮੁਲਾਜ਼ਮ ਪਰਸੋਂ ਤੋਂ ਹੀ ਆਉਣ ਲੱਗ ਗਏ ਸੀ, ਅਤੇ ਫਿਰ ਕੱਲ੍ਹ DC ਦਫ਼ਤਰ SPD ਸਾਰੇ ਉੱਥੇ ਮਤਲਬ ਕਿ ਮੀਟਿੰਗ ਹੋਈ, ਬਹਿ ਕੇ ਵਿਚਾਰ ਚਰਚਾ ਹੋਈ। ਉਹਨਾਂ ਨੇ ਮੈਨੂੰ ਇਹੀ ਗੱਲ ਕਹੀ ਵੀ ਬੇਅਦਬੀ ਕਰਨ ਵਾਲੇ ਨੂੰ ਸਜ਼ਾ ਅਗਲੇ ਨੇ ਮੰਨ ਲਓ ਦੇਤੀ, ਤੁਸੀਂ ਇੱਥੇ ਬੈਠੇ ਹੋ, ਸਜ਼ਾ ਤਾਂ ਉਹਨੂੰ ਹੀ ਹੋਣੀ ਆ ਬਾਬਾ ਜੀ, ਤੁਹਾਡੇ ਕਹਿਣ ਨਾਲ ਨਹੀਂ ਹੋਣੀ ਵੀ ਮੈਂ ਆਪਣੇ 'ਤੇ ਕੇਸ ਲੈ ਲੂੰ, ਕੇਸ ਤਾਂ ਉਹ 'ਤੇ ਹੀ ਚੱਲੂ, ਠੀਕ ਹੈ ਨਾ, ਵੀ ਪਰਚਾ ਉਹ 'ਤੇ ਹੀ ਹੋਊਗਾ। ਮੈਂ ਕਿਹਾ ਵੀ ਅਸੀਂ ਉਹਨੂੰ 5 ਲੱਖ ਰੁਪਈਆ ਇਨਾਮ ਦੇਵਾਂਗੇ, ਠੀਕ ਹੈ, ਮੂੰਹ ਮੰਗਿਆ ਨਾਮ ਤਾਂ ਅਗਲਾ 5 ਕਰੋੜ ਮੰਗ ਲੂਗਾ, ਠੀਕ ਹੈ। ਜੇ ਮੇਰੇ ਕੋਲ ਹੈ ਹੀ ਨਹੀਂ 5 ਕਰੋੜ, ਮੈਂ ਕਿੱਥੋਂ ਦੇਵਾਂਗਾ? ਮੇਰੀ ਜਿੰਨੀ ਕੀ ਔਕਾਤ ਹੈ, ਪਹੁੰਚ ਹੈ, ਮੈਂ ਉਨੇ ਉਹਨੂੰ ਦੇ ਸਕਦਾ ਹਾਂ, ਠੀਕ ਹੈ ਨਾ। ਅਤੇ ਦੂਸਰੀ ਗੱਲ, ਮੈਂ ਕਿਹਾ ਵੀ ਸਾਹਿਬ ਅਸੀਂ ਉਹਦੇ ਪਰਿਵਾਰ ਦੀ ਜਿਹੜੀ ਪਰਵਰਿਸ਼ ਹੈ, ਉਹਦੇ ਪਰਿਵਾਰ ਨੂੰ ਅਸੀਂ ਰੋਲ ਨਹੀਂ ਦਿੰਦੇ, ਇਹ ਗਰੰਟੀ ਆ, ਅਸੀਂ ਉਹਦੀ ਸਾਰੀ ਪਰਵਰਿਸ਼ ਕਰਾਂਗੇ, ਠੀਕ ਹੈ। ਉਸ ਬੰਦੇ ਦੀ ਹਮਾਇਤ ਕਰਾਂਗੇ, ਉਹਦੇ ਨਾਲ ਖੜਾਂਗੇ, ਉਹਦਾ ਕੇਸ ਝਗੜਾਂਗੇ, ਠੀਕ ਹੈ। ਜਿੱਥੋਂ ਤੱਕ ਕੇਸ ਚੱਲਿਆ ਅਸੀਂ ਕੇਸ ਵੀ ਝਗੜਾਂਗੇ, ਉਹਨੂੰ ਬਰੀ ਵੀ ਕਰਾਉਣ ਦੇ ਯਤਨ ਕਰਾਂਗੇ, ਉਹਨੂੰ ਜ਼ਮਾਨਤ ਵੀ ਕਰਾਵਾਂਗੇ, ਉਹਦੀ ਸਭ ਕੁਝ ਕਰਾਂਗੇ। ਮੇਰੇ ਕਹਿਣ ਦਾ ਭਾਵ ਇਹ ਆ, ਕਿਉਂਕਿ ਸਾਨੂੰ ਕਾਨੂੰਨ ਦਾ ਨਹੀਂ ਨਾ ਪਤਾ ਹੁੰਦਾ ਇਸ ਗੱਲਾਂ ਦਾ। ਹੁਣ ਜਦੋਂ ਕਾਨੂੰਨ ਵਾਲਿਆਂ ਨੇ ਕੱਲ੍ਹ ਮੈਨੂੰ ਇਹ ਗੱਲ ਦੱਸੀ ਵੀ ਇਹ ਤਾਂ ਕਾਨੂੰਨ ਉਹ 'ਤੇ ਹੀ ਹੋਊਗਾ ਜਿਹੜਾ ਬਣੂਗਾ, ਸਮਝ ਗਏ ਕਿ ਨਹੀਂ ਗੱਲ? ਤੋ ਇਸ ਕਰਕੇ ਆਹ ਗੱਲ ਹੈ ਮੇਰੇ ਵੱਲੋਂ। ਪਰ ਖਾਲਸਾ ਜੀ, ਇਹ ਤੋਂ ਪਹਿਲਾਂ ਬਹੁਤ ਸਾਰੀਆਂ ਘਟਨਾਵਾਂ ਇੱਦਾਂ ਦੀਆਂ ਹੋਈਆਂ। ਸਭ ਤੋਂ ਵੱਡੀ ਘਟਨਾ ਬੁਰਜ ਜਵਾਹਰ ਸਿੰਘ ਵਾਲਾ 'ਚ ਵਾਪਰਦੀ ਹੈ। ਉਦੋਂ ਸਿੱਖਾਂ ਦੇ ਹਿਰਦੇ ਵਲੂੰਧਰੇ ਜਾਂਦੇ, ਹਾਲਾਂਕਿ ਹਰ ਸਮੇਂ ਹੀ ਵਲੂੰਧਰੇ ਜਾਂਦੇ ਜਦੋਂ ਵੀ ਕਿਤੇ ਘਟਨਾ ਹੁੰਦੀ ਹੈ। ਪਰ ਉਸ ਘਟਨਾਕ੍ਰਮ ਨੂੰ ਕਿਵੇਂ ਦੇਖਦੀ ਹੋ? ਉਸ ਘਟਨਾਕ੍ਰਮ ਤੋਂ ਬਾਅਦ ਵੱਡਾ ਧਰਨਾ ਲੱਗਦਾ ਹੈ, 2 ਸਿੰਘ ਸ਼ਹੀਦ ਹੋ ਜਾਂਦੇ ਆ, ਫਿਰ ਬਗਰਾੜੀ ਦੇ ਵਿੱਚ ਵੱਡਾ ਧਰਨਾ ਪ੍ਰਦਰਸ਼ਨ ਚੱਲਦਾ, ਲੰਮਾ ਸਮਾਂ ਚੱਲਦਾ, ਫਿਰ ਉਹ ਫਿਰ ਖਤਮ ਕਰ ਦਿੱਤਾ ਜਾਂਦਾ। ਵੱਡੀਆਂ ਆਸਾਂ ਸੀ, ਕਰੋੜਾਂ ਰੁਪਈਆ ਉੱਥੇ ਲੱਗਿਆ ਅਤੇ ਕਰੋੜਾਂ ਰੁਪਈਆ ਇਕੱਠਾ ਹੋਇਆ। ਹੁਣ ਫਿਰ ਇਹੀ ਚਰਚਾ ਚੱਲ ਰਹੀ ਹੈ, ਕਹਿੰਦੇ ਇਨਸਾਫ ਲਈ ਅਸੀਂ ਫਿਰ ਧਰਨਾ ਲਾਵਾਂਗੇ। ਦੇਖੋ, ਮੈਂ ਕਿਸੇ ਦੀ ਗੱਲ ਨਹੀਂ ਕਰਦਾ, ਨਾ ਮੈਂ ਕਿਸੇ ਦੀ ਆਲੋਚਨਾ ਕਰਦਾ। ਸਪਸ਼ਟ ਜੀ ਗੱਲ ਇਹ ਹੈ, ਕੱਲ੍ਹ ਉੱਥੇ DC ਦਫ਼ਤਰ ਵੀ DC ਉੱਥੇ ਅਫਸਰਾਂ ਮੂਹਰੇ ਸਾਰਿਆਂ ਮੂਹਰੇ ਇਹੀ ਵਿਚਾਰ ਹੋਈ ਆ। ਮੈਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਆ ਵੀ ਤੁਸੀਂ ਕੋਈ ਕਾਨੂੰਨ ਬਣਾ ਦਿਓ ਐਸਾ, ਠੀਕ ਹੈ, ਤੁਸੀਂ ਕੋਈ ਕਾਨੂੰਨ ਐਸਾ ਬਣਾ ਦਿਓ ਵੀ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ, ਇਸ ਮੁਲਕ ਦੇ ਤਮਾਮ ਧਾਰਮਿਕ ਗ੍ਰੰਥ, ਭਾਵੇਂ ਉਹ ਮੁਬਾਰਕ ਕੁਰਾਨ ਸ਼ਰੀਫ ਹੈ, ਚਾਹੇ ਉਹ ਮੁਬਾਰਕ ਗੀਤਾ ਹੈ, ਚਾਹੇ ਉਹ ਰਮਾਇਣ ਹੈ, ਚਾਹੇ ਉਹ ਵੇਦ ਕਤੇਬ ਜੋ ਵੀ ਹੈ, ਚਾਹੇ ਉਹ ਬਾਈਬਲ ਹੈ, ਅਤੇ ਚਾਹੇ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਇਹ ਜਿੱਥੇ ਧਾਰਮਿਕ ਭਾਵਨਾਵਾਂ ਜੁੜੀਆਂ, ਜੇ ਕੋਈ ਉਹਦੀ ਬੇਅਦਬੀ ਕਰਦਾ ਆ, ਕੋਈ ਐਸਾ ਕਾਨੂੰਨ ਬਣਾ ਦਿਓ ਤੁਸੀਂ, ਠੀਕ ਹੈ। ਮੈਂ ਕੈਪਟਨ ਸਰਕਾਰ ਨੂੰ ਵੀ ਕਹਿਣਾ ਆ, ਬਾਦਲ ਕਿਆਂ ਨੂੰ ਵੀ ਕਹਿਣਾ ਆ, ਆਮ ਆਦਮੀ ਵਾਲਿਆਂ ਨੂੰ ਵੀ ਕਹਿਣਾ ਆ, ਇਹੀ 3 ਜ਼ਿਆਦਾ ਸਰਗਰਮ ਹੈ ਨਾ, ਵੀ ਕੋਈ ਐਸਾ ਕਾਨੂੰਨ ਬਣਾ ਦਿਓ। ਕੈਪਟਨ ਨੂੰ ਮੈਂ ਕਹਿੰਦਾ, ਜਾਂਦਾ ਤੂੰ ਹੀ ਕੋਈ ਐਸਾ ਕੰਮ ਕਰ ਜਾ, ਠੀਕ ਹੈ, ਕੋਈ ਕਾਨੂੰਨ ਐਸਾ ਪਾਸ ਕਰਾ ਜਾ ਵੀ ਜਿਹੜਾ ਰਹਿੰਦੀ ਦੁਨੀਆ ਤੱਕ ਯਾਦ ਰਹਿ ਜੂਗੀ ਤੇਰੀ ਵੀ ਬੰਦਾ ਜਾਂਦਾ ਸਰਕਾਰ 'ਚੋਂ ਆਹ ਕੰਮ ਕਰ ਗਿਆ, ਠੀਕ ਹੈ। ਕੋਈ ਕਾਨੂੰਨ ਐਸਾ ਬਣਾ ਦਿਓ ਤੁਸੀਂ, ਸਖਤ ਕਾਨੂੰਨ ਬਣਾਓ ਜਿਹਦੇ ਕਰਕੇ ਬੰਦਾ 100 ਵਾਰੀ ਸੋਚੇ ਬੇਅਦਬੀ ਕਰਨ ਵਾਲਾ ਵੀ ਇੱਥੇ ਤਾਂ ਪੁੱਠਾ ਟੰਗ ਦੇਣਗੇ ਅਤੇ ਇਹਨਾਂ ਨੇ ਸਾਰੀ ਜ਼ਿੰਦਗੀ ਘਰ ਦਾ ਮੂੰਹ ਨਹੀਂ ਵੇਖਣ ਦੇਣਾ, ਜਾਂ ਫਾਂਸੀ ਦੀ ਸਜ਼ਾ ਲਾ ਦਿਓ। ਸੁਪਰੀਮ ਕੋਰਟ ਤਾਂ ਕਹਿੰਦੀ ਹੈ ਵੀ ਇਹ ਜਾਗਦੀ ਜੋਤ ਹੈ, ਜਿਵੇਂ ਇੱਕ ਬੰਦੇ ਦਾ ਕਤਲ ਕਰਤਾ ਉਵੇਂ ਇਹਨਾਂ ਦਾ ਕਤਲ ਕਰਤਾ, ਠੀਕ ਹੈ। ਅਤੇ ਅਸੀਂ ਕਿਉਂ ਨਹੀਂ ਮੰਨਦੇ ਇਹ? ਬਾਕੀ ਸੁਪਰੀਮ ਕੋਰਟ ਦਾ ਹੀ ਇਹ ਵੀ ਆਰਡਰ ਹੈ ਵੀ ਜੇ ਤੁਹਾਨੂੰ ਘਰੇ ਕੋਈ ਮਾਰਨ ਆ ਜੇ, ਢਾਉਣ ਆ ਜੇ, ਤੁਸੀਂ ਆਪਣੇ ਬਚਾਅ, ਆਪਣੀ ਰੱਖਿਆ ਦੀ ਖਾਤਰ ਉਹਨੂੰ ਖ਼ਤਮ ਕਰ ਸਕਦੇ ਹੋ, ਠੀਕ ਹੈ ਨਾ। ਜੇ ਕੋਈ ਗੁਰੂ ਘਰ 'ਤੇ ਚੜ੍ਹ ਕੇ ਆ ਰਿਹਾ, ਤੁਸੀਂ ਫਿਰ ਦਿਓ ਉਹਨੂੰ, ਠੀਕ ਹੈ। ਅਖੀਰੀ ਤਾਂ ਫਿਰ ਸ਼ਸਤਰ ਹੀ ਆ ਨਾ, ਸ਼ਸਤਰ ਚੁੱਕੋ ਫਿਰ। ਮੈਂ ਕਿਹਾ ਅਸੀਂ ਤਾਂ ਫਿਰ ਸ਼ਸਤਰ ਚੱਕਣੇ ਹੀ ਆ। ਜਦੋਂ ਤੁਸੀਂ ਨਿਕੰਮੇ ਸਾਬਤ ਹੋ ਰਹੇ ਹੋ, ਸਰਕਾਰਾਂ ਨਿਕੰਮੀਆਂ ਸਾਬਤ ਹੋ ਰਹੀਆਂ, ਅਸੀਂ ਤਾਂ ਫਿਰ ਹਥਿਆਰ ਚੱਕਣੇ ਹੀ ਆ। ਬਾਕੀ ਰਹੀਆਂ ਜਿਹੜੀਆਂ ਪਹਿਲਾਂ ਮੋਰਚੇ ਲੱਗੇ ਨਾ ਲੱਗੇ, ਉਹ ਗੱਲਾਂ ਬਾਅਦ ਹੈ। ਜੇ ਕੋਈ ਹੁਣ ਗੌਰਮੈਂਟ ਕਾਨੂੰਨ ਲਾਗੂ ਨਹੀਂ ਕਰਦੀ, ਛੇਤੀ ਤੋਂ ਛੇਤੀ ਕੋਈ ਇਹਦੇ ਉੱਤੇ ਹੰਗਾਮੀ ਮੀਟਿੰਗ ਕਰਕੇ ਅਤੇ ਕੋਈ ਐਸਾ ਕਾਨੂੰਨ ਫਾਸਟ ਟਰੈਕ ਨਹੀਂ ਬਣਾਉਂਦੀ, ਅਤੇ ਭੈੜੀਆਂ ਸਜ਼ਾਵਾਂ 302 307
ਇਹ ਇਦੋਂ ਵੀ ਉੱਪਰ ਕੋਈ ਕਾਨੂੰਨ ਹੈ ਉਹ ਲਾਗੂ ਨਹੀਂ ਕਰਦੀ, ਤੇ ਫਿਰ ਅਸੀਂ ਸਾਂਝਾ ਮੋਰਚਾ ਲੱਗੂਗਾ। ਔਰ ਫਿਰ ਉਹ ਮੋਰਚਾ ਐ ਨਹੀਂ ਵੀ ਅਸੀਂ ਉੱਠ ਖੜਾਂਗੇ ਜਾਂ ਖਿਮਾ ਕਰਿਓ ਸਾਨੂੰ ਕੋਈ ਖਰੀਦ ਲੂਗਾ, ਠੀਕ ਹੈ। ਫਿਰ ਅਸੀਂ ਸਾਰੇ ਧਰਮਾਂ ਵਾਲਿਆਂ ਨੂੰ ਨਾਲ ਲੈ ਕੇ, ਵੀ ਕੇਵਲ ਹੁਣ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ, ਅੱਜ ਪੜੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ। ਜੇ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬੀ ਕੀਤੀ ਜਾ ਰਹੀ ਹੈ, ਕੱਲ੍ਹ ਨੂੰ ਤੁਹਾਡੇ ਵੱਲੀ ਵੀ ਆਉਣਾ ਲੋਕਾਂ ਨੇ, ਠੀਕ ਹੈ ਨਾ। ਤੋ ਆਓ ਆਪਾਂ ਸਿਰ ਜੋੜ ਕੇ ਬੈਠੀਏ। ਪਹਿਲੀ ਗੱਲ ਤਾਂ ਇਹ ਵੀ ਕਾਨੂੰਨ ਬਣਾ ਦੇਣ ਛੇਤੀ ਤੋਂ ਛੇਤੀ, ਜੇ ਨਹੀਂ ਬਣਦਾ ਫਿਰ ਇਹਨਾਂ ਨੂੰ ਅਲਟੀਮੇਟਮ ਦੇਵਾਂਗੇ, ਅਸੀਂ ਹੁਣ ਮੀਟਿੰਗਾਂ ਕਰਨੀਆਂ ਆ ਅਤੇ ਫਿਰ ਇਹਨਾਂ ਨੂੰ ਸਮਾਂ ਦੇਵਾਂਗੇ ਵੀ ਇਦੋਂ ਪਹਿਲਾਂ ਜੇ ਤਾਂ ਕਾਨੂੰਨ ਬਣਦਾ, ਸਰਕਾਰਾਂ ਬਣਾਉਂਦੀਆਂ, ਹਾਈ ਕੋਰਟ ਬਣਾਉਂਦੀ ਹੈ ਤਾਂ ਠੀਕ ਹੈ, ਨਹੀਂ ਉਸ ਤੋਂ ਬਾਅਦ ਫਿਰ ਇਹੋ ਜਿਹਾ ਅਸੀਂ ਮੋਰਚਾ ਅੰਦੋਲਨ ਸ਼ੁਰੂ ਕਰਾਂਗੇ। ਜੇ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ ਨਾ, ਠੀਕ ਹੈ, ਹੁਣ ਤੱਕ ਚੱਲ ਰਿਹਾ, ਅਸੀਂ ਇਹੋ ਜਿਹਾ ਅੰਦੋਲਨ ਫਿਰ ਵਿੱਢਾਂਗੇ ਇਸ ਵਿਸ਼ੇ 'ਤੇ, ਫਿਰ ਜਿਹੜਾ ਫਿਰ ਰੁਕੂਗਾ ਨਹੀਂ। ਹਾਂ, ਇਹ ਜਿਹੜਾ ਤੁਸੀਂ ਸੰਘਰਸ਼ ਵਿੱਢੋਗੇ, ਤੁਹਾਡੀ ਮੀਟਿੰਗ ਹੁੰਦੀ ਰਹਿੰਦੀ ਹੋਣੀ ਆ, ਬਹੁਤ ਸਾਰੇ ਜਿਹੜੇ ਧਾਰਮਿਕ ਆਗੂ ਆ ਉਹਨਾਂ ਨਾਲ ਹੁੰਦੀ ਹੋਣੀ ਆ, ਗੁਰੂ ਘਰਾਂ ਦੇ ਪ੍ਰਬੰਧਕਾਂ ਨਾਲ ਹੁੰਦੀ ਹੋਣੀ ਆ, ਸੰਪਰਦਾਵਾਂ ਦੇ ਨਾਲ ਵੀ ਹੁੰਦੀ ਹੋਣੀ ਆ। ਕਦੋਂ ਮੋਰਚਾ ਵਿੱਢੋਗੇ ਔਰ ਕਿੱਥੇ ਵਿੱਢੋਗੇ? ਕੀ ਕਿਸਾਨੀ ਸੰਘਰਸ਼ ਦੇ ਦਰਮਿਆਨ ਵਿੱਢੋਗੇ? ਕਿਸਾਨੀ ਸੰਘਰਸ਼ ਤਾਂ ਚੱਲ ਰਿਹਾ ਜਿਹੜਾ ਚੱਲ ਰਿਹਾ। ਹੁਣ ਵੱਡੀ ਜਿਹੜੀ ਸਾਡੀ ਟੈਨਸ਼ਨ ਇੱਧਰ ਬਣੀ ਹੋਈ ਹੈ ਵੀ ਸਾਡੇ ਸਤਿਗੁਰੂ ਨੂੰ ਬੇਅਦਬੀ ਕੀਤੀ ਜਾ ਰਹੀ ਹੈ ਜਿੱਥੇ, ਫਿਰ ਅਸੀਂ ਇੱਕ ਸਮਾਂ ਦੇਵਾਂਗੇ ਸਰਕਾਰ ਨੂੰ ਵੀ ਇੰਨੇ ਸਮੇਂ ਦੇ ਵਿੱਚ ਕੋਈ ਐਸਾ ਕਾਨੂੰਨ ਬਣਾ ਦਿਓ, ਠੀਕ ਹੈ। ਸਾਨੂੰ ਪਤਾ ਲੱਗਿਆ ਵੀ ਕਈਆਂ 'ਤੇ ਬੇਅਦਬੀ ਕਰਨ ਵਾਲੇ 302 307 ਦੇ ਅਧੀਨ ਪਰਚੇ ਚੱਲ ਰਹੇ ਆ, ਕੇਸ ਚੱਲ ਰਹੇ ਆ, ਠੀਕ ਹੈ, ਸਜ਼ਾਵਾਂ ਉਹਨਾਂ ਨੂੰ ਮਿਲੀਆਂ, ਪਰ ਇਦੋਂ ਵੀ ਉੱਪਰ, ਠੀਕ ਹੈ, ਵੀ ਔਨ ਦੀ ਸਪੌਟ ਕੋਈ ਗੌਰਮੈਂਟ ਇਹੋ ਜਿਹਾ ਕੰਮ, ਕੋਈ ਕਾਨੂੰਨ ਬਣਾ ਜੇ, ਠੀਕ ਹੈ, ਵੀ ਜੇ ਤਾਂ ਕਾਨੂੰਨ ਉਹਨਾਂ ਨੂੰ ਟਾਈਮ ਦੇਵਾਂਗੇ ਉਹ ਤੁਹਾਨੂੰ ਦੱਸ ਦਿੱਤਾ ਜਾਊਗਾ ਵੀ ਇੰਨੇ ਚਿਰ ਦੇ ਵਿੱਚ ਗੌਰਮੈਂਟ ਜੇ ਕੋਈ ਕਾਨੂੰਨ ਪਾਸ ਕਰਦੀ ਆ ਤੇ ਕਰੇ। ਔਰ ਮੈਂ ਸ਼੍ਰੋਮਣੀ ਕਮੇਟੀ ਨੂੰ ਵੀ ਬੇਨਤੀ ਕਰਦਾ ਹਾਂ, ਤੁਸੀਂ ਵੀ ਛੇਤੀ ਤੋਂ ਛੇਤੀ ਕੋਈ ਐਸਾ ਹੁਕਮਨਾਮਾ ਉੱਥੋਂ ਜਾਰੀ ਕਰਾਓ ਜਾਂ ਕਰੋ ਵੀ ਜਿਹਦੇ ਕਰਕੇ ਵੀ ਇਹੋ ਜਿਹੀ ਕੋਈ ਬੇਅਦਬੀ ਨਾ ਹੋ ਸਕੇ, ਅਤੇ ਤੁਸੀਂ ਵੀ ਕਾਨੂੰਨ ਬਣਾਉਣ 'ਤੇ ਐਸਾ ਦਬਾਅ ਪਾਓ ਗੌਰਮੈਂਟ ਦੇ ਉੱਪਰ। ਲੱਗਦਾ ਕਿ ਸ਼੍ਰੋਮਣੀ ਕਮੇਟੀ ਕੋਈ ਦਬਾਅ ਪਾ ਸਕੇਗੀ? ਜਿਹੜੇ 328 ਸਰੂਪ ਹੀ ਉੱਥੋਂ ਗੁੰਮ ਹੋ ਜਾਂਦੇ ਆ, ਜਿਨ੍ਹਾਂ ਦਾ ਕੋਈ ਪਤਾ ਹੀ ਨਹੀਂ ਗਾ, ਹਾਲੇ ਤੱਕ ਕੋਈ ਰਿਕਾਰਡ ਹੀ ਨਹੀਂ ਲੱਭਿਆ, ਉਹ ਇਨਸਾਫ ਦਵਾ ਸਕਦੀ ਹੈ, ਦਬਾਅ ਪਾ ਸਕਦੀ ਹੈ? ਚੱਲ ਇਹ ਅਕਾਲੀਆਂ 'ਤੇ ਨਹੀਂ ਬਣਿਆ ਤੇ ਕਾਂਗਰਸੀਆਂ 'ਤੇ ਤਾਂ ਬਣਾ ਹੀ ਸਕਦੇ ਆ ਨਾ, ਕਾਂਗਰਸੀਆਂ 'ਤੇ ਬਣਾ ਲੈਣ ਦਬਾਅ। ਹੁਣ ਤਾਂ ਮੌਕਾ, ਹੁਣ ਤਾਂ 6 ਮਹੀਨੇ ਵੋਟਾਂ ਨੂੰ ਰਹਿ ਗਏ, ਮੰਨ ਲਓ ਆ ਜਾਣੀਆਂ 22 'ਚ ਵੋਟਾਂ। ਉਦੋਂ ਪਹਿਲਾਂ ਜੇ ਕੋਈ ਕਾਨੂੰਨ ਬਣਾਤਾ, ਜਿਹੜੀ ਵੀ ਸਰਕਾਰ ਨੇ ਬਣਾਤਾ, ਤੁਸੀਂ ਇਹ ਗੱਲ ਯਾਦ ਰੱਖਿਓ, ਲੋਕਾਂ ਨੇ ਬਹੁਤ ਜ਼ਿਆਦਾ ਹਮਾਇਤ ਉਸ ਗੌਰਮੈਂਟ ਨੂੰ ਕਰਨੀ ਹੈ, ਚਾਹੇ ਕੋਈ ਵੀ ਇਹ ਕਾਨੂੰਨ ਵਿੱਚ ਜਾਂ ਹਾਈ ਕੋਰਟ ਤੋਂ ਪ੍ਰੈਸ਼ਰ ਬਣਾ ਕੇ ਇਹ ਕਾਨੂੰਨ ਬਣਾ ਦਿਓਗੀ। ਤੁਹਾਡੀ ਸੋਸ਼ਲ ਮੀਡੀਆ 'ਤੇ ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ, ਜਿੱਥੇ ਤੁਹਾਡੀ ਸ਼ਲਾਘਾ ਕੀਤੀ ਗਈ, ਲਗਾਤਾਰ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕੀਤੀ ਗਈ, ਗਾਂ ਦੀਆਂ ਸ਼ੇਅਰ ਕੀਤੀ ਗਈ, ਉੱਥੇ ਫੇਸਬੁੱਕ ਨੇ ਤੁਹਾਡੀ ਵੀਡੀਓ ਰੋਕ ਵੀ ਲਈ ਸੀ, ਪਰ ਉੱਥੇ ਬੜੀਆਂ ਚਰਚਾ ਚੱਲੀਆਂ ਜੀ, ਕਿਸੇ ਨੇ ਤੁਹਾਨੂੰ ਚੰਗਾ ਕਿਹਾ, ਕਿਸੇ ਨੇ ਮਾੜਾ ਕਿਹਾ। ਉਹਦੇ 'ਚ ਦੂਜਾ ਪੱਖ ਇਹ ਲੋਕਾਂ ਨੇ ਦੱਸਿਆ ਕਿ ਬਾਬਾ ਜੀ ਖੁਦ ਬਿਆਨ ਦੇ ਦਿੰਦੇ ਆ, ਕਹਿੰਦੇ ਜਿੱਥੇ ਬੇਅਦਬੀ ਹੁੰਦੀ ਆ ਉੱਥੇ ਖੁਦ ਦਿਖਾਈ ਨਹੀਂ ਦਿੰਦੇ, ਉੱਥੇ ਬਹੁਤ ਘੱਟ ਜਾਂਦੇ ਆ, ਏਸੀ ਰੂਮਾਂ 'ਚ ਬੈਠ ਕੇ ਕਹਿੰਦੇ ਬਿਆਨ ਦੇ ਦਿੰਦੇ। ਕੋਈ ਏਸੀ ਰੂਮਾਂ 'ਚ ਬੈਠ ਕੇ ਉਦੋਂ ਮੈਂ ਬਿਆਨ ਨਹੀਂ ਦਿੱਤਾ ਸੀ, ਠੀਕ ਹੈ। ਜਿੱਥੇ ਬੇਅਦਬੀਆਂ ਹੁੰਦੀਆਂ ਅੱਗੇ ਅਸੀਂ ਇਕੱਠ ਕਰਕੇ ਖਿਮਾ ਕਰਿਓ, ਹਿਰਦਾ ਦੁਖੀ ਹੈ ਪਰ ਅਸੀਂ ਕੀ ਖੱਟ ਲਿਆ, ਠੀਕ ਹੈ। ਫਿਰ ਅਸੀਂ ਇਕੱਠ ਕਰਾਂਗੇ ਸਿਰ ਜੋੜ ਕੇ, ਉੱਥੇ ਬਹਿ ਗਏ, ਕੀ ਨਿਕਲੂਗਾ, ਜਾਂ ਤਾਂ ਕੋਈ ਆਊਟਪੁੱਟ ਵੀ ਹੋਵੇ ਨਾ ਸਾਡੀ, ਠੀਕ ਹੈ। ਅਤੇ ਇਸ ਕਰਕੇ ਮੈਂ ਜ਼ਿਆਦਾ ਇੱਦਾਂ ਪਸੰਦ ਨਹੀਂ ਕਰਦਾ ਖੇਮਾ ਕਰਿਓ। ਬਰਗਾੜੀ 'ਚ ਮੈਂ ਬਹੁਤ ਹਾਜ਼ਰੀਆਂ ਲਵਾਈਆਂ, ਬੜਾ ਸਹਿਯੋਗ ਦਿੱਤਾ, ਸਭ ਨੂੰ ਪਤਾ, ਸਭ ਨੇ ਦੇਖਿਆ, ਪਰ ਜਦੋਂ ਉਹ ਮੋਰਚਾ ਇੱਕਦਮ ਉਸ ਤੋਂ ਬਾਅਦ ਸਮਾਪਤ ਹੋ ਜਾਂਦਾ, ਫਿਰ ਮੈਂ ਮਨ ਬਣਾ ਲਿਆ, ਇਹ ਮੇਰਾ ਮਨ ਆ ਆਪਦਾ, ਮੈਨੂੰ ਖੁੱਲ੍ਹੀ ਆਜ਼ਾਦੀ ਹੈ ਸਭ ਨੂੰ, ਠੀਕ ਹੈ, ਆਪਣੀ ਵਿਚਾਰ। ਫਿਰ ਮੈਂ ਕਿਹਾ ਵੀ ਹੁਣ ਐਂ ਨਹੀਂ ਵਿਚਰਨਾ ਇਹਨਾਂ ਦੇ ਵਿੱਚ, ਹੁਣ ਆਪਦਾ ਹੀ ਸੰਗਤਾਂ ਦਾ ਕੀ ਬਣਿਆ ਹੋਊਗਾ? ਤੁਹਾਡਾ ਐਡਾ ਠੋਸ ਮਜ਼ਬੂਤ ਇਰਾਦਾ ਟੁੱਟ ਗਿਆ, ਉਹਨਾਂ ਲੱਖਾਂ ਸੰਗਤਾਂ ਦਾ ਕੀ ਬਣਿਆ ਹੋਊਗਾ ਜਿਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੋ ਗਿਆ? ਜਿਵੇਂ ਮੇਰਾ ਖਿਲਵਾੜ ਮੇਰੀ ਭਾਵਨਾ ਨਾਲ ਹੋਇਆ, ਉਵੇਂ ਉਹਨਾਂ ਦੀ ਨਾਲ ਹੋਇਆ। ਤਾਈਓ ਲੋਕਾਂ ਨੇ ਜਦੋਂ ਦਾਸ ਦਾ ਇਹ ਫਰਮਾਨ, ਇਹ ਮਤਲਬ ਕਿ ਆਇਆ, ਠੀਕ ਹੈ, ਬਿਆਨ, ਅਤੇ ਉਸ ਤੋਂ ਬਾਅਦ ਸੰਗਤ ਨੇ ਭਰਮਾ ਹੁੰਗਾਰਾ ਦਿੱਤਾ ਮੈਨੂੰ। ਇੱਕਾ ਦੁੱਕਾ ਕੀ ਆਖਣਾ, 100 ਪੈਸੇ 'ਚੋਂ 5 ਪੈਸੇ ਹੁੰਦੇ ਹੀ ਹੈ, ਠੀਕ ਹੈ।
ਉਹਨਾਂ ਨੇ ਗਲਤ ਕਿਹਾ ਹੋਣਾ ਜਾਂ ਕੁਝ ਵੀ ਆਪ ਕਿਉਂ ਨਹੀਂ। ਹਾਂ, ਇਹ ਵੀ ਮੈਂ ਨਾਲ ਸਪਸ਼ਟ ਕਰ ਦਿਆਂ, ਜਿੱਦਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਜਿੱਦਾਂ ਮੈਂ ਇਹ ਬਿਆਨ ਦੇ ਰਿਹਾ ਆ, ਠੀਕ ਹੈ, 27 25 26 27 ਤਰੀਕ ਦੇ ਦਿਨ ਜਦੋਂ ਆਹ ਅੱਗ ਲਾਈ ਜਾਂਦੀ ਹੈ, ਉਸ ਤੋਂ ਬਾਅਦ ਵਿੱਚ ਦਾਸ ਨੇ ਇਹ ਕਿਹਾ ਸੀ ਵੀ ਹੁਣ ਤੋਂ ਬਾਅਦ ਕੋਈ ਕਿਸੇ ਦੇ ਹੱਥ ਆ ਜਾਂਦਾ, ਚਾਹੇ ਮੇਰੇ ਹੱਥ ਆ ਗਿਆ ਨਾ, ਠੀਕ ਹੈ, ਮੇਰੇ ਹੱਥ ਵੀ ਕੋਈ ਬੇਅਦਬੀ ਕਰਨ ਵਾਲਾ ਆ ਗਿਆ, ਤੇ ਫਿਰ ਉਦਾਂ ਹੀ ਪਤਾ ਲੱਗੂ ਕੀ ਭਾਅ ਵਿਕਦੀ ਹੈ। ਤੁਹਾਡਾ ਕਹਿਣ ਦਾ ਭਾਵ ਕਿ ਉਸ ਵੀਡੀਓ ਤੋਂ ਬਾਅਦ ਜੇ ਕੋਈ ਬੇਅਦਬੀ ਕਰਦਾ ਜਾਂ ਫਿਰ ਉਸ ਵੀਡੀਓ ਤੋਂ ਬਾਅਦ ਕੋਈ ਸੋਧਾ ਲਾਉਂਦਾ, ਕਿਉਂਕਿ ਸੋਧਾ ਲਾਉਣ ਵਾਲੇ ਲੋਕ ਬੜੇ ਹੈਗੇ ਨੇ ਤੇ ਬੇਅਦਬੀ ਕਰਨ ਵਾਲੇ ਵੀ ਲੋਕ ਇਦੋਂ ਪਹਿਲਾਂ ਬੜੇ ਹੈਗੇ ਨੇ, ਕੀ ਪਹਿਲਾਂ ਵਾਲੀ ਬੇਅਦਬੀ ਜਿਹੜੀਆਂ ਹੋਈਆਂ ਹੈ ਉਹਨਾਂ ਚੋਂ ਕੋਈ ਵਿਅਕਤੀ ਉਹਨਾਂ ਨੂੰ ਸੋਧਾ ਲਾ ਦਿੰਦਾ ਹੈ ਕਿ ਉਹ ਉਹਨਾਂ ਦੀ ਭਰਪਾਈ ਨਹੀਂ ਕਰੋਗੇ ਤੁਸੀਂ? ਦੇਖੋ 450 ਦੇ ਨੇੜੇ ਬੇਅਦਬੀਆਂ, 450 450 ਦੇ ਨੇੜੇ ਹੋ ਗਈਆਂ, ਠੀਕ ਹੈ। ਦਾਸ ਨੇ ਹੁਣ ਤਾਂ ਦੇਖਿਆ ਹੀ ਹੈ ਸਭ ਦੇ ਮੂੰਹ ਵੱਲ, ਇਹ ਤਾਂ ਹੁਣ ਫੈਸਲਾ ਮੇਰੇ ਮਨ ਨੇ ਲਿਆ ਹੈ, ਮੇਰੀ ਆਤਮਾ ਨੇ ਲਿਆ ਹੈ ਵੀ ਹੁਣ ਨਹੀਂ ਬਰਦਾਸ਼ਤ, ਹੁਣ ਬਹੁਤ ਹੋ ਗਿਆ, ਹੁਣ ਤੋਂ ਬਾਅਦ। ਹਾਂ, ਤੁਸੀਂ ਸਿਆਸੀ ਲੋਕਾਂ ਦੀ ਗੱਲਬਾਤ ਕੀਤੀ ਆ, ਸਿਆਸੀ ਧਿਰਾਂ ਇੱਕ ਦੂਜੇ ਤੇ ਭੰਡੀ ਪ੍ਰਚਾਰ, ਇੱਕ ਦੂਜੇ ਤੇ ਦੂਸ਼ਣਬਾਜ਼ੀ, ਕੋਈ ਕਹਿੰਦਾ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਰਨ ਵਾਲਿਆਂ ਨੂੰ ਛੱਡਾਂਗੇ ਨਹੀਂ, ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਾਂਗੇ, ਕੋਈ ਸੱਤਾ 'ਚ ਆ ਜਾਂਦਾ ਹੈ, ਕੋਈ ਵਿਰੋਧੀ ਧਿਰ 'ਚ ਚਲਾ ਜਾਂਦਾ। ਹਾਲਾਂਕਿ ਜਿਹੜੀ ਧਿਰ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵੱਡੇ ਦੋਸ਼ ਲੱਗੇ ਸੀ, ਅੱਜ ਉਹ ਲੋਕਾਂ 'ਚ ਨੇ, ਉਹ ਕਹਿ ਰਹੇ ਨੇ ਕਿ ਇਸ ਧਿਰ ਨੇ ਨਹੀਂ ਇਨਸਾਫ ਤੁਹਾਨੂੰ ਦਿੱਤਾ, ਅਸੀਂ ਦੇਵਾਂਗੇ, ਕਿ ਉਹਨਾਂ ਤੋਂ ਆਸ ਲਾਈ ਜਾ ਸਕਦੀ ਹੈ? ਆਸ ਤਾਂ ਹੁਣ ਇਹੀ ਮੈਂ ਬਾਰ-ਬਾਰ ਬੇਨਤੀ ਤਾਂ ਹੀ ਕਰ ਰਿਹਾ ਵੀ ਕੈਪਟਨ ਸਰਕਾਰ ਨੂੰ ਹੀ ਬੇਨਤੀ ਹੈ, ਕਾਂਗਰਸੀਆਂ ਨੂੰ, ਇਹਨਾਂ ਨੂੰ ਵੀ ਜਾਂਦੇ ਜਾਂਦੇ ਤੁਹਾਡੀ ਸਰਕਾਰ ਆ, ਤੁਸੀਂ ਇਹੋ ਜਿਹਾ ਕਾਨੂੰਨ ਪਾਸ ਕਰ ਜੋ ਵੀ ਜਿਹੜਾ ਬੰਦਾ 100 ਵਾਰੀ ਸੋਚੇ, ਡਰ ਤਾਂ ਬੈਠੇ ਅਗਲਿਆਂ 'ਚ, ਕੋਈ ਖੌਫ ਤਾਂ ਹੋਵੇ। 295 ਦਾ ਪਰਚਾ ਧਾਰਮਿਕ ਭਾਵਨਾਵਾਂ ਭੜਕੀਆਂ, ਅਗਲਾ ਜ਼ਮਾਨਤ ਕਰਾ ਕੇ ਉਹ ਘਰੇ ਆ ਜਾਂਦਾ ਆ, ਠੀਕ ਹੈ ਨਾ, ਬਾਅਦ 'ਚ ਕੋਈ ਪੁੱਛਦਾ ਨਹੀਂ, ਸਮਝ ਗਏ ਕਿ ਨਹੀਂ। ਪਰ ਹੁਣ ਤੋਂ ਬਾਅਦ ਹੁਣ ਇਹ ਬੇਅਦਬੀਆਂ ਬਰਦਾਸ਼ਤ ਨਹੀਂ ਹੋਣਗੀਆਂ, ਬਹੁਤ ਹੋ ਗਈਆਂ। ਇਹ ਦਾਸ ਦਾ ਅਟੱਲ ਫੈਸਲਾ ਆ, ਤੇ ਜੋ ਬਿਆਨ ਦਾਸ ਨੇ ਦਿੱਤਾ ਮੈਂ ਉਹ ਤੋਂ ਭੱਜੂਗਾ ਨਹੀਂ। ਜਾਂਦੇ ਜਾਂਦੇ ਇੱਕ ਇਹ ਗੱਲ ਜ਼ਰੂਰ ਕਲੀਅਰ ਕਰ ਜਿਓ, ਕਿਉਂਕਿ ਗੁਰਬਾਣੀ ਦਾ ਨਰਾਦਰ ਹੁੰਦਾ ਹੈ, ਗੁਰਬਾਣੀ ਦੀ ਬੇਅਦਬੀ ਹੁੰਦੀ ਹੈ, ਚਾਹੇ ਗੁਟਕਾ ਸਾਹਿਬ ਦੀ ਹੁੰਦੀ ਹੈ, ਚਾਹੇ ਪੋਥੀ ਸਾਹਿਬ ਦੀ ਹੁੰਦੀ ਹੈ, ਚਾਹੇ ਗੁਰੂ ਗ੍ਰੰਥ ਸਾਹਿਬ ਦੀ ਹੁੰਦੀ ਹੈ। ਕਿਹੜੇ ਲੋਕਾਂ ਨੂੰ ਸੋਧਾ ਲਾਇਆ ਜਾਊਗਾ ਔਰ ਕਿਹੜੇ ਲੋਕਾਂ ਨੂੰ ਇਨਾਮ ਦਿੱਤਾ ਜਾਊਗਾ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ, ਜਾਂ ਗੁਟਕਾ ਸਾਹਿਬ, ਜਾਂ ਹੋਰ ਪੋਥੀਆਂ ਸਾਹਿਬ, ਜਾਂ ਗੁਰਬਾਣੀ ਦੇ ਪੱਤਰੇ, ਜਾਂ ਜੋ ਵੀ ਹੈ ਉਹਨਾਂ 'ਚ ਸਪਸ਼ਟ ਜ਼ਰੂਰ ਕਰੋ। ਦੇਖੋ, ਗੁਰਬਾਣੀ ਤਾਂ ਸੰਪੂਰਨ ਹੀ ਸਤਿਕਾਰਯੋਗ ਹੈ, ਭਾਵੇਂ ਉਹ ਗੁਟਕਾ ਸਾਹਿਬ ਹੈ, ਭਾਵੇਂ ਪੋਥੀ ਸਾਹਿਬ ਹੈ, ਭਾਵੇਂ ਉਹ ਭਾਗ ਹੈ, ਜੋ ਵੀ ਹੈ। ਪਰ ਗੱਲ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਗੁਰਿਆਈ ਦੇ ਗਏ, ਠੀਕ ਹੈ, ਜਾਣ ਬੁੱਝ ਕੇ। ਇੱਥੇ ਅਣਜਾਣੇ ਵਿੱਚ ਵੀ ਕਈ ਵਾਰੀ ਹੋ ਜਾਂਦੀ ਹੈ, ਅਣਜਾਣੇ ਵਿੱਚ ਛੋਟੀ ਮੋਟੀ, ਉਹ ਤਾਂ ਫਿਰ ਮਾਲਕ ਬਖਸ਼ਣਹਾਰ ਆ, ਪਰ ਜਾਣ ਬੁੱਝ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ। ਹੁਣ ਅੱਜ ਮੈਨੂੰ ਕੋਈ ਫੋਨ ਆ ਰਿਹਾ ਸੀ, ਕਹਿੰਦੇ ਜੀ ਕਿਸੇ ਨੇ ਵਾਸ਼ਰੂਮ ਦੇ ਵਿੱਚ ਟਾਈਲਾਂ ਲਾਈਆਂ ਹੋਈਆਂ, ਉੱਤੇ ਖੰਡੇ ਬਣੇ ਹੋਏ ਆ, ਵਾਸ਼ਰੂਮ 'ਚ ਲਾਈਆਂ। ਮੈਂ ਕਿਹਾ ਵੀ ਇਹੀ ਬੇਨਤੀ ਹੈ ਵੀ ਲਵਾ ਦਿਓ, ਜਿੱਥੇ ਮੇਰੀ ਲੋੜ ਹੈ, ਜੇ ਤੁਸੀਂ ਕਹਿੰਦੇ ਹੋ ਮੈਂ ਆ ਜਾਂਦਾ ਹੈ, ਤੇ ਆਪਾਂ ਪੁਲਿਸ ਨੂੰ ਕਹਿੰਦੇ ਹਾਂ, ਆਂਢ ਗੁਆਂਢ ਨੂੰ ਇਕੱਠੇ ਕਰਦੇ ਹਾਂ, ਸਰਪੰਚ ਨੂੰ ਕਹਿੰਦੇ ਹਾਂ ਵੀ ਆਹ ਕੰਮ ਹੋ ਰਿਹਾ ਭਾਈ, ਫੇਰ ਨਾ ਕਹੀਂ, ਠੀਕ ਹੈ, ਤੇ ਮੁੜ ਕੇ ਵੀ ਕੋਈ ਹੋਰ ਗਾਂਹ ਹੋ ਜੂਗੀ ਕਾਰਵਾਈ, ਠੀਕ ਹੈ, ਫਿਰ ਤੁਸੀਂ ਪਛਤਾਉਣਾ ਆ। ਤੋ ਇੱਦਾਂ ਨਹੀਂ, ਅੱਜ ਤਾਂ ਹੁਣ ਦੁਕਾਨਾਂ ਤੋਂ, ਬੁੱਕ ਸਟਾਲਾਂ ਤੋਂ, ਜਾਂ ਕਿਤੋਂ ਵੀ ਧਾਰਮਿਕ ਲਿਟਰੇਚਰ ਵਾਲੀਆਂ ਦੁਕਾਨਾਂ ਤੋਂ ਗੁਟਕਾ ਸਾਹਿਬ ਕੋਈ ਲੈ ਜਾਊਗਾ, ਮੂੰਹ ਬੰਨ੍ਹ ਕੇ ਲੈ ਗਿਆ। ਕਰੋਨਾ ਦਾ ਸਮਾਂ ਚੱਲਦਾ, ਕੀ ਪਤਾ ਕਿਸੇ ਦੀ ਕਿਹੋ ਜਿਹੀ ਗੰਦੀ ਮਨਸ਼ਾ ਤੋਂ ਰਹਿ ਜਾਂਦਾ, ਉਹ ਗੁਟਕਾ ਸਾਹਿਬ ਦੇ ਅੰਗ ਖਿਲਾਰ ਦੂਗਾ, ਠੀਕ ਹੈ। ਦਾਸ ਨੇ ਬੇਨਤੀ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਮਤਲਬ ਗੁਰੂ ਗ੍ਰੰਥ ਸਾਹਿਬ ਮਹਾਰਾਜ, ਬਸ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ, ਸੋਧਾ ਲਾਉਣ ਵਾਲਿਆਂ ਨੂੰ ਇਨਾਮ ਦਿਓਗੇ ਸਿੱਧੇ ਤੌਰ ਤੇ? ਤੁਹਾਡੀ ਗੱਲ ਦੇਵਾਂਗੇ, ਉਹਦੇ ਕੇਸ ਦੀ ਪੈਰਵਾਈ ਕਰਾਂਗੇ, ਉਹਦੇ ਨਾਲ ਖੜਾਂਗੇ, ਜਿੱਥੇ ਲੋੜ ਹੋਊਗੀ ਉਹਦੇ ਨਾਲ ਖੜਾਂਗੇ, ਉਹਦਾ ਕੇਸ ਝਗੜਾਂਗੇ, ਠੀਕ ਹੈ, ਉਹਦੇ ਪਰਿਵਾਰ ਦੀ, ਉਹਦੇ ਬੱਚਿਆਂ ਦੀ ਫੁੱਲ ਪਰਵਰਿਸ਼ ਕਰਾਂਗੇ। ਹਾਂ, ਪੂਰੀ। ਖਾਲਸਾ ਜੀ, ਬੇਅਦਬੀ ਤੋਂ ਬਾਅਦ ਬਹੁਤ ਸਾਰੀਆਂ ਸਿੱਟਾਂ ਬਣੀਆਂ, ਚਾਹੇ ਵਿਰੋਧੀ ਧਿਰ 'ਚ ਸਰਕਾਰ ਹੋਵੇ, ਚਾਹੇ ਮੌਜੂਦਾ ਸਮੇਂ ਦੌਰ ਦੀ ਸਰਕਾਰ ਹੋਵੇ, ਸਿੱਟਾਂ ਬਣੀਆਂ, ਸਿੱਟਾਂ ਦੀਆਂ ਰਿਪੋਰਟਾਂ ਬਣੀਆਂ, ਰਿਪੋਰਟਾਂ ਰੱਦ ਹੁੰਦੀਆਂ ਰਹੀਆਂ, ਤੇ ਉਹ ਸਿੱਟਾਂ ਦੇ ਆਗੂ ਕਿਸੇ ਨਾ ਕਿਸੇ ਸਿਆਸੀ ਪਾਰਟੀ 'ਚ ਜਾਂਦੇ ਰਹੇ। ਤੁਹਾਨੂੰ ਹੁਣ ਵੀ ਪਤਾ ਕਿ ਕੁੰਵਰ ਵਿਜੇ ਪ੍ਰਤਾਪ ਕਿਸੇ ਸਿਆਸੀ ਪਾਰਟੀ ਚਲੇ ਗਏ, ਹੁਣ ਨਵੀਂ ਇੱਕ ਸੈੱਟ ਬਣ ਗਈ ਹੈ, ਨਵੀਂ ਸੈੱਟ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਤਲਬ ਕੀਤਾ ਗਿਆ, ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਨੂੰ ਕੀਤਾ ਗਿਆ, ਪੰਥਪ੍ਰੀਤ ਨੂੰ ਤਲਬ ਕੀਤਾ ਗਿਆ। ਇਹ ਸੈੱਟ ਨੂੰ ਕਿਵੇਂ ਦੇਖਦੇ ਹੋ? ਲੱਗਦਾ ਕਿ ਇਹ ਸੈੱਟ ਇਨਸਾਫ ਦੇ ਸਕਦੀ ਹੈ? ਦੇਖੋ, ਇਹ ਸਿਆਸੀ ਗੇਮ ਹੈ,
ਇਹਨਾਂ ਨੂੰ ਪਤਾ ਹੈ। ਇਹ ਤਾਂ ਉਹ ਗੱਲ ਹੈ ਵੀ ਤੂੰ ਮੈਨੂੰ ਮੌਲਾ ਕਹੀਂ, ਮੈਂ ਤੈਨੂੰ ਦੌਲਾ ਕਹੂੰਗਾ। ਫਿਰ ਮੈਂ ਤੈਨੂੰ ਮੌਲਾ ਕਹੂੰਗਾ, ਤੂੰ ਮੈਨੂੰ ਦੌਲਾ ਕਹਿਣ ਲੱਗ ਜੀ। ਇਹ ਤਾਂ ਇੱਕੋ ਗੱਲ ਆ, ਠੀਕ ਹੈ ਨਾ। ਇੱਕ ਹੀ ਸਿੱਕੇ ਦੇ ਦੋ ਪਹਿਲੂ ਹੈ। ਤੇ ਇਹ ਬੇਨਤੀ ਜ਼ਰੂਰ ਹੈ ਵੀ ਜੇ ਬੇਅਦਬੀ ਰੋਕਣੀ ਆ ਤੇ ਫਿਰ ਵੱਡੀ ਜ਼ਿੰਮੇਵਾਰੀ ਉਸ ਕਮੇਟੀ ਦੀ ਬਣਦੀ ਆ, ਉੱਥੋਂ ਦੀ ਪ੍ਰਬੰਧਕ ਕਮੇਟੀ ਦੀ ਬਣਦੀ ਆ, ਜਿਹੜੇ ਉਸ ਗੁਰੂ ਘਰ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਲੈਣ। ਜੇ ਨਹੀਂ ਕਰ ਸਕਦੇ ਫਿਰ ਗੁਰੂ ਸਾਹਿਬ ਪੂਰੇ ਸਤਿਕਾਰ ਨਾਲ ਇੱਕ ਗੁਰਦੁਆਰਾ ਪਿੰਡ 'ਚ ਸਾਂਝਾ ਹੋਵੇ, ਜਿੱਥੋਂ ਲਿਆਂਦੇ ਜਾਣ ਤੇ ਵਿਦਾ ਕੀਤੇ ਜਾਣ। ਜੇ ਨਹੀਂ ਜ਼ਿੰਮੇਵਾਰੀ ਤੁਸੀਂ ਨਿਭਾਉਣ ਜੋਗੇ ਨਾ ਭਾਈ, ਤੇ ਫਿਰ ਗੁਰੂ ਸਾਹਿਬ ਰੱਖਣ ਦਾ ਤੁਹਾਨੂੰ ਕੋਈ ਹੱਕ ਨਹੀਂ। ਤਾਂ ਜਾਂਦੇ ਜਾਂਦੇ ਪੂਰੇ ਸਿੱਖ ਪੰਥ ਨੂੰ ਕੀ ਮੈਸੇਜ, ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਇਹੀ ਹੈ ਵੀ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਅਸੀਂ ਕਿਸੇ ਦਾ ਖੂਨ ਡੋਲ ਕੇ ਰਾਜੀ ਨਹੀਂ, ਠੀਕ ਹੈ। ਪਰ ਜੇ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਦਾ ਆ ਤੇ ਹੁਣ ਜਾਊਗਾ, ਠੀਕ ਹੈ। ਕਮਰ ਕਸੇ ਰੱਖੋ, ਤਿਆਰ ਰੱਖੋ ਆਪਦੇ ਆਪ ਨੂੰ। ਜਿਹਦੇ ਵੀ ਨੇੜੇ ਤੇੜੇ ਪਤਾ ਲੱਗਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਦਾ ਕੋਈ ਫੜਿਆ ਜਾਵੇ, ਤੇ ਫਿਰ ਉਹਨੂੰ ਕਾਨੂੰਨ ਦੇ ਹਵਾਲੇ ਤਾਂ ਤੁਸੀਂ ਕਰਨਾ ਹੀ ਆ ਉਦੋਂ ਪਹਿਲਾਂ। ਤੇ ਜੇ ਉਹਨੂੰ ਇਹਦੇ ਵਰਗੀ ਰੀਸ ਨਹੀਂ, ਠੀਕ ਹੈ ਨਾ। ਅਸੀਂ ਖੜੇ ਹਾਂ, ਜਿੰਨੇ ਜੋਗੇ ਅਸੀਂ ਤਾਂ ਨਾਲ ਖੜਾਂਗੇ, ਹੋਰ ਕੋਈ ਖੜੇ ਨਾ ਖੜੇ। ਦਾਸ ਨਹੀਂ ਭੱਜੂਗਾ ਆਪਦੇ ਬਚਨਾਂ ਤੋਂ, ਜੋ ਦਾਸ ਨੇ ਕਿਹਾ ਉਹ ਤੇ ਅਟਲ ਹੈ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਤਾਂ ਸਮਾਂ ਦਿੱਤਾ। ਤਾਂ ਦਰਸ਼ਕੋ, ਇਹ ਸੀ ਭਾਈ ਰਵਿੰਦਰ ਸਿੰਘ, ਜਿਨ੍ਹਾਂ ਨੂੰ ਤੁਸੀਂ ਬਾਬਾ ਜੋਨੀ ਕਰਕੇ ਜਾਣਦੇ ਹੋ। ਵੱਡਾ ਬਿਆਨ ਸੋਸ਼ਲ ਮੀਡੀਆ ਤੇ ਪਿਛਲੇ ਦਿਨੀ ਆਉਂਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਵਿਅਕਤੀ ਬੇਅਦਬੀ ਕਰਦਾ ਹੈ, ਉਸ ਵਿਅਕਤੀ ਨੂੰ ਜੋ ਕਿ ਸੋਧਾ ਲਾਵੇਗਾ ਤਾਂ ਉਸ ਨੂੰ ਬਣਦਾ ਇਨਾਮ ਦਿੱਤਾ ਜਾਵੇਗਾ। ਇਨਾਮ ਕੀ ਸੀ? ਇਹ ਸਭ ਗੱਲਾਂ ਸਪਸ਼ਟ ਤੇ ਕਲੀਅਰ ਕਰਨ ਵਾਲੀਆਂ ਸੀ ਕਿ ਜਿੱਦਾਂ ਇਹਨਾਂ ਨੇ ਕਿਹਾ ਕਿ ਉਹ ਇਨਾਮ 5 ਕਰੋੜ ਰੁਪਏ ਮੰਗ ਸਕਦਾ, ਅਸੀਂ ਨਹੀਂ ਦੇ ਸਕਦੇ। ਇਹਨਾਂ ਨੇ ਸਿੱਧੇ ਤੌਰ 'ਤੇ ਕਿਹਾ ਕਿ ਜੋ ਉਹ ਵਿਅਕਤੀ ਸੋਧਾ ਲਾਵੇਗਾ ਉਸ ਨੂੰ 5 ਲੱਖ ਰੁਪਏ ਇਨਾਮ, ਉਸ ਦੇ ਪਰਿਵਾਰ ਦੀ ਸਾਂਭ ਸੰਭਾਲ, ਉਸ ਦੇ ਕੇਸ ਦੀ ਪੈਰਵਾਈ। ਔਰ ਇਹਨਾਂ ਨੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਜਿਸ ਦਿਨ ਦੀ ਅਸੀਂ ਵੀਡੀਓ ਵਾਇਰਲ ਕੀਤੀ ਹੈ, ਬਿਆਨ ਦਿੱਤਾ ਹੈ, ਉਸ ਦਿਨ ਤੋਂ ਬਾਅਦ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ ਜਾਂ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਸੋਧਾ ਲੱਗਦਾ ਤੇ ਅਸੀਂ ਉਸ ਵਿਅਕਤੀ ਦੇ ਨਾਲ ਖੜਾਂਗੇ। ਹਾਲਾਂਕਿ ਨਾਲ ਦੀ ਨਾਲ ਇਹਨਾਂ ਨੇ ਕਾਂਗਰਸ ਪਾਰਟੀ ਨੂੰ ਇਹ ਵੀ ਕਿਹਾ ਕਿ ਇੱਕ ਅਜਿਹਾ ਕੋਈ ਕਾਨੂੰਨ ਬਣਾਇਆ ਜਾਵੇ, ਸਖਤ ਕਾਨੂੰਨ ਬਣਾਇਆ ਜਾਵੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਵੀ ਵਿਅਕਤੀ ਬੇਅਦਬੀ ਕਰਨ ਦੀ ਹਿੰਮਤ ਨਾ ਕਰੇ। ਇਹ ਕਹਿੰਦੇ ਜੇਕਰ ਕਾਂਗਰਸ ਸਰਕਾਰ ਇਸ ਤਰ੍ਹਾਂ ਦਾ ਕਾਨੂੰਨ ਨਹੀਂ ਬਣਾਉਂਦੀ ਤਾਂ ਪੂਰੇ ਸਿੱਖ ਪੰਥ ਦੇ ਨਾਲ ਲਗਾਤਾਰ ਮੀਟਿੰਗਾਂ ਵਿਚਾਰਾਂ ਚੱਲ ਰਹੀਆਂ। ਇੱਕ ਵੱਡਾ ਸੰਘਰਸ਼ ਵਿੱਢਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਸਜ਼ਾ ਦਿਵਾਉਣ ਦੀ ਔਰ ਅਜਿਹਾ ਕਾਨੂੰਨ ਬਣਾਉਣ ਦੀ। ਸੋ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਭਵਿੱਖ ਦੇ ਵਿੱਚ ਕਦੇ ਵੀ ਕਿਸੇ ਵੀ ਧਰਮ ਦੀ ਬੇਅਦਬੀ ਨਹੀਂ ਹੋਣਗੇ। ਪਿੰਡਾਂ ਦੇ ਵਿੱਚ ਲੋਕ ਆਪਣੇ ਧਾਰਮਿਕ ਸੰਸਥਾਵਾਂ ਦੀ ਦੇਖ ਰੇਖ ਜ਼ਰੂਰ ਕਰਨਗੇ। ਸੋ ਦਰਸ਼ਕੋ, ਅੱਜ ਲਈ ਬਸ ਇੰਨਾ ਹੀ। ਮੈਨੂੰ ਤੇ ਮੇਰੇ ਸਹਿਯੋਗੀ ਸਵਰਨਜੀਤ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰਦ TV। ਧੰਨਵਾਦ।